गुरु रूप साध संगत जीओ। वाहेगुरु जी का खालसा, वाहेगुरु जी की फतेह। गुरु गरीब नवाज धन धन श्री गुरु ग्रंथ साहब महाराज जी ने अपने सारिਆਂ ਤੇ भारी किरपा की है। ਆਪਾਂ ਨੂੰ अपनी निघी मिठी गोद ਦੇ ਵਿੱਚ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। सतगुरु ने जिथे एडी वड्डी किरपा की है, एक एहसान होर कर देण। अपने सारिਆਂ ਦੇ ਮਨਾਂ ਵਿੱਚ सावधानता इकाग्रता शरदा भावना प्रेम भर के गुरु महाराज के उपदेशों ਨੂੰ ਕਰਨ ਅਤੇ ਸੁਣਨ ਦੀ ਸਮਰੱਥਾ ਬਖਸ਼ਣ, ताकि अपना आया बोलिया सुनिया प्रवान हो जाए। अज मेरे सतगुरु अपने पवित्र पावन अंग 187 तो राग गौड़ी दे राही अपने पंजवें स्वरूप द्वारा पवित्र पावन फरमान बख्शिश कर रहे हैं। गरीब नवाज धन श्री गुरु अर्जन देव महाराज फरमाउंदे ने, गौड़ी महला पंजवां। हरे मन मेरे तू तू ताकौ आहे, जाकै ऊना कछू नाहे। साध संगत जी, ये उत्तम वक्ते की पहचान होंदी है। गल अपने आप नूं कहनी है, गल अपने मन नूं कहनी है, पर उपदेश दूसरिਆਂ ਨੂੰ सामने वालिਆਂ ਨੂੰ देना ਹੁੰਦਾ है। गुरु अर्जन देव महाराज बारे तो भट्ट साहिबान जी फरमाउंदे ने कि गुर अर्जन प्रतख्या हर। सतगुरु फिर भी अपने मन नूं संबोधन करदियां होइयां सानू उपदेश बख्शिश कर रहे हैं। रे मन मेरे, हे मेरे मन, तू ताकौ आहे, तू उस नूं लोड़, उस नूं चाह। किनू? जाकै ऊना कछू ना है, जिहदे कोल कुछ भी ऊना नहीं है, घट नहीं है, जिहदे कोल भाव सारा कुछ पूर्ण है, जिहदे कोल। साध संगत जीओ, परमात्मा एक ऐसी हस्ती है, हस्ती तो आपां नूं कहना पैंदा है, उहदी हस्ती कोई नहीं, वो तो अविगत है, पर फिर भी आपां नूं शब्द वरतने पैंदे ने। ਉਹਦੇ ਕੋਲੇ ਕਿਸੇ ਚੀਜ਼ ਦੀ ਘਾਟ ਨਹੀਂ। ਜੇ ਉਹ ਚਾਹੇ ਤਾਂ ਉੱਲੂ ਨੂੰ ਸੂਰਜ ਦਿਖਾ ਸਕਦਾ, ਜੇ ਉਹ ਚਾਹੇ ਤਾਂ ਅੰਨੇ ਨੂੰ ਤ੍ਰਿਭਵਨਾਂ ਦੀ ਸੋਝੀ ਕਰਵਾ ਸਕਦਾ। ਆਪਾਂ ਬਿਲਾਵਲ ਰਾਗ ਦੇ ਵਿੱਚ ਪੜਾਂਗੇ, ਉਹ ਕਹਿੰਦੇ ਨੇ, ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ, ਅੰਦਲੇ ਤ੍ਰਿਭਵਨ ਸੂਝਿਆ ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਜੇ ਉਹ ਚਾਹੇ ਤਾਂ ਪਿੰਗਲਾ ਪਰਬਤ ਟਾਂਗ ਲੰਘ ਜਾਂਦਾ, ਜੇ ਉਹ ਚਾਹੇ ਤਾਂ ਚੋਰ ਜ਼ਾਰ ਵੀ ਸੰਤ ਮਹਾਤਮਾ ਬਣ ਜਾਂਦੇ ਨੇ, ਜੇ ਉਹ ਚਾਹੇ ਸਾਧ ਸੰਗਤ ਜੀ ਕੌੜੇ ਮਿੱਠੇ ਹੋ ਜਾਂਦੇ ਨੇ, ਜੇ ਉਹ ਚਾਹੇ ਤਾਂ ਸੁੱਕੇ ਹਰੇ ਹੋ ਜਾਂਦੇ ਨੇ। ਭਾਵ ਉਹਦੇ ਕੋਲੇ ਉਹ ਸਰਬ ਕਲਾ ਸਮਰੱਥ ਹੈ, ਉਹ ਕੁਛ ਵੀ ਕਰ ਸਕਦਾ, ਉਹਦੇ ਕੋਲੇ ਕਿਸੇ ਚੀਜ਼ ਦੀ ਕਮੀ ਨਹੀਂ। ਇਸ ਕਰਕੇ ਆਪਾਂ ਮਿੱਤਰ ਉਸ ਨੂੰ ਬਣਾਈਏ ਜਿਹਦੇ ਕੋਲੇ ਸਾਰਾ ਕੁਛ ਹੀ ਹੈ। ਹੁਣ ਗਰੀਬ ਨਵਾਈ ਕਹਿੰਦੇ, ਰੇ ਮਨ ਮੇਰੇ, हे ਮੇਰੇ ਮਨ, ਤੂੰ ਤਾਕौ आहे, ਤੂੰ ਉਸ ਨੂੰ ਚਾਹ, ਉਸ ਨੂੰ ਲੋੜ। ਕਿਹਨੂੰ? ਜਾ ਕੇ ਊਣਾ ਕਛੂ ਨਾ ਹੈ, ਜਿਹਦੇ ਘਰ ਦੇ ਵਿੱਚ ਕੁਛ ਵੀ ਊਣਾ ਨਹੀਂ ਹੈ, ਕੁਛ ਕਿਸੇ ਚੀਜ਼ ਦੀ ਵੀ ਕਮੀ ਨਹੀਂ ਹੈ। ਹਰਸਾ ਪ੍ਰੀਤਮ ਕਰ ਮਨ ਮੀਤ, ਪ੍ਰਾਣ ਆਧਾਰ ਰੱਖੋ ਸਰ ਚੀਤ। हे ਮੇਰੇ ਮਨ ਮਿੱਤਰ, ਤੂੰ ਹਰੀ ਵਰਗਾ ਪ੍ਰੀਤਮ ਬਣਾ ਆਪਣੇ ਮਨ ਦਾ। प्रीतम ना दा प्यारा, जड़ा बहुत ज़्यादा प्यारा होवे उस नूं कहने प्रीतम। हे मेरे मन मित्र, तू उस परमात्मा नूं मित्र बना, उस परमात्मा नूं साथी बना, उस परमात्मा नूं प्रीतम बना जिहड़ा प्राणा दा आधार है। उस नूं हमेशा अपने चित्त च रख। साध संगत जीओ, बाकी सारा संसार साडे चित्त च हुंदा, पर प्रॉब्लम साडी एक है कि साडे हिरदे च परमात्मा नहीं बसदा, साडे चेते च नहीं बसदा। इधर इस्लामी मुल्कां दी एक कहानी है। एक मौलवी आउंदा मदरसे दे विच, ਜਦੋਂ ਉਹਦੇ ਜਿਹੜੇ ਸਟੂਡੈਂਟ ਨੇ
ਉਹਦੇ ਸ਼ਾਗਿਰਦ ਨੇ, ਉਹ ਦੇਖ ਕੇ ਖੜੇ ਹੁੰਦੇ ਨੇ ਆਪਣੇ ਮੁਰਸ਼ਿਦ ਨੂੰ। ਉਹ ਇੱਕੋ ਗੱਲ ਕਹਿਣਾ ਹੁੰਦਾ ਕਿ ਅੱਲਾ ਸਰਬ ਵਿਆਪਕ ਹੈ, ਅੱਲਾ ਕਣ ਕਣ 'ਚ ਮੌਜੂਦ ਹੈ, ਬੈਠ ਜਾਓ। ਇਹ ਉਸ ਦਾ ਮੌਲਵੀ ਦਾ ਤਕੀਆ ਕਲਾਮ ਬਣ ਗਿਆ। ਜਦੋਂ ਵੀ ਉਹ ਆਉਂਦਾ ਸੀ, ਉਹ ਖੜੇ ਹੁੰਦੇ ਸੀ, ਉਹ ਇਹੀ ਗੱਲ ਕਹਿੰਦਾ ਸੀ। ਇੱਕ ਦਿਨ ਪਤਾ ਨਹੀਂ ਕੀ ਮੌਲਵੀ ਦੇ ਮਨ 'ਚ ਆਇਆ, ਕਲਾਸ ਨੂੰ ਪੜ੍ਹਾਉਂਦਿਆਂ ਪੜ੍ਹਾਉਂਦਿਆਂ ਕਈ ਸਾਲ ਹੋ ਗਏ, ਉਹ ਅੱਗੇ 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 ਪੜ੍ਹਦੇ ਗਏ, ਤਾਂ ਜਦੋਂ ਉਹ ਖੜੇ ਹੋਏ, ਉਹਨੇ ਇਹ ਤਕੀਆ ਕਲਾਮ ਨਹੀਂ ਬੋਲਿਆ। ਉਹਨਾਂ ਨੂੰ ਕਹਿੰਦਾ ਵੀ ਬੈਠ ਜਾਓ ਬੱਚਿਓ। ਬੱਚੇ ਬੈਠ ਗਏ। ਤਾਂ ਉਹ ਕਹਿੰਦਾ ਵੀ ਅੱਲਾ ਕਿੱਥੇ ਨਹੀਂ ਹੈ, ਕੋਈ ਤੁਹਾਡੇ 'ਚੋਂ ਦੱਸ ਸਕਦਾ? ਤਾਂ ਇੱਕ ਬੈਠਾ ਸੀ ਵਿਚਕਾਰ ਜੇ, ਉਹ ਖੜਾ ਹੋ ਗਿਆ। ਮੌਲਵੀ ਨੂੰ ਗੁੱਸਾ ਆਇਆ। ਮੌਲਵੀ ਕਹਿੰਦਾ ਓਏ ਮੂਰਖ, ਮੈਂ ਤੁਹਾਨੂੰ ਰੋਜ਼ ਇਹੀ ਸਿੱਖਿਆ ਦਿੰਦਾ ਕਿ ਅੱਲਾ ਕਣ ਕਣ 'ਚ ਮੌਜੂਦ ਹੈ, ਅੱਲਾ ਜ਼ਰੇ ਜ਼ਰੇ 'ਚ ਵਿਆਪਕ ਹੈ, ਅੱਲਾ ਸਾਰੀਆਂ ਥਾਵਾਂ ਦੇ ਉੱਤੇ ਪਰਿਪੂਰਨ ਹੈ। ਮੇਰਾ ਸਵਾਲ ਹੀ ਗਲਤ ਹੈ, ਤੂੰ ਖੜਾ ਕਿਉਂ ਹੋ ਗਿਆ? ਇਹਦਾ ਉੱਤਰ ਕੀ ਦੇਵੇਂਗਾ ਤੂੰ? ਜਦੋਂ ਸਵਾਲ ਗਲਤ ਹੈ ਤਾਂ ਉਹਦਾ ਉੱਤਰ ਵੀ ਗਲਤ ਹੋਏਗਾ। ਸਾਧ ਸੰਗਤ ਜੀ, ਉਹ ਬੱਚਾ ਨੇ ਹੱਥ ਜੋੜੇ, ਬੜੀ ਨਿਮਰਤਾ ਨਾਲ ਬੋਲਦਾ, ਕਹਿੰਦਾ ਮੌਲਵੀ ਜੀ, ਤੁਸੀਂ ਸਾਡੇ ਮੁਰਸ਼ਿਦ ਹੋ, ਤੁਸੀਂ ਸਾਡੇ ਉਸਤਾਦ ਹੋ, ਸਾਨੂੰ ਟੀਚ ਕਰਦੇ ਹੋ। ਤੁਹਾਡਾ ਸਵਾਲ ਗਲਤ ਨਹੀਂ ਹੋ ਸਕਦਾ, ਮੇਰਾ ਉੱਤਰ ਗਲਤ ਹੋ ਸਕਦਾ। ਜੇ ਆਪ ਦੀ ਆਗਿਆ ਹੋਵੇ ਤਾਂ ਮੈਂ ਇਹ ਤੁਹਾਡੇ ਸਵਾਲ ਦਾ ਉੱਤਰ ਦੇ ਸਕਦਾ, ਦੇਵਾਂ ਉੱਤਰ। ਉਹ ਕਹਿੰਦੇ ਕਮਲਿਆ, ਮੇਰਾ ਸਵਾਲ ਹੀ ਗਲਤ ਹੈ, ਪਰਮਾਤਮਾ ਸਾਰੀਆਂ ਥਾਵਾਂ ਦੇ ਉੱਤੇ ਹੈ, ਤੂੰ ਕਿੱਥੇ ਦੱਸੇਗਾ ਕਿ ਪਰਮਾਤਮਾ ਕਿੱਥੇ ਨਹੀਂ ਹੈ? ਕਹਿੰਦੇ ਜੀ ਮੈਂ ਉੱਤਰ ਦੇਣਾ, ਤੁਸੀਂ ਦੱਸੋ। ਉਹ ਕਹਿੰਦਾ ਜੀ ਪਰਮਾਤਮਾ ਸਾਰੀਆਂ ਥਾਵਾਂ 'ਚ ਹੈ, ਦਰਿਆਵਾਂ 'ਚ ਹੈ, ਪਹਾੜਾਂ 'ਚ ਹੈ, ਮਾਰੂਥਲਾਂ 'ਚ ਹੈ, ਆਕਾਸ਼ਾਂ 'ਚ ਹੈ, ਕੱਲੇ ਕੱਲੇ ਜੀਵ ਦੇ ਹਿਰਦੇ ਦੇ ਵਿੱਚ ਹੈ। ਪਰ ਉਹ ਪਰਮਾਤਮਾ ਮਨੁੱਖ ਦੀ ਸਿਮਰਤੀ ਵਿੱਚ ਨਹੀਂ ਹੈ, ਪਰਮਾਤਮਾ ਦੀ ਯਾਦ ਵਿੱਚ ਨਹੀਂ ਹੈ। ਮੌਲਵੀ ਨੇ ਜਾ ਕੇ ਉਹਦੇ ਪੈਰੀਂ ਹੱਥ ਲਾਏ। ਮੈਂ ਤਾਂ ਆਪਣੀ ਜਾਣੀ ਸਵਾਲ ਗਲਤ ਕੀਤਾ ਸੀ, ਜਾਣ ਬੁੱਝ ਕੇ ਗਲਤ ਸਵਾਲ ਕੀਤਾ ਸੀ, ਤੂੰ ਤਾਂ ਪਰ ਇਹਦਾ ਉੱਤਰ ਇਹ ਦਿੱਤਾ ਕਿ ਮੇਰੀਆਂ ਅੱਖਾਂ ਖੋਲ੍ਹਤੀਆਂ। ਸਾਧ ਸੰਗਤ ਜੀ, ਆਪਾਂ ਇਸ ਗੱਲ ਨੂੰ ਡੂੰਘੀ ਤਰ੍ਹਾਂ ਵਿਚਾਰੀਏ। ਆਪਾਂ ਪਤਨੀ ਨੂੰ ਯਾਦ ਕਰਦੇ ਹਾਂ, ਕੋਈ ਢੋਲਕੀਆਂ ਨਹੀਂ ਵਜਾਉਂਦੇ, ਕੋਈ ਵਾਜੇ ਨਹੀਂ ਵਜਾਉਂਦੇ, ਕੋਈ ਧੂਫਾਂ ਨਹੀਂ ਦਿਖਾਉਂਦੇ, ਕੋਈ ਜੋਤਾਂ ਨਹੀਂ ਬਾਲਦੇ। ਪੁੱਤ ਨੂੰ ਯਾਦ ਕਰਦੇ ਹਾਂ, ਕੋਈ ਆਪਾਂ ਐਸਾ ਅਡੰਬਰ ਨਹੀਂ ਕਰਦੇ, ਰੈਣ ਸਵਾਈਆਂ ਨਹੀਂ ਕਰਦੇ। ਪਤੀ ਨੂੰ ਯਾਦ ਕਰਦੇ ਹਾਂ, ਕੋਈ ਆਪਾਂ ਐਦਾਂ ਦੀਆਂ ਜਿਹੜਾ ਹੈ ਕੋਈ ਨਗਰ ਕੀਰਤਨ ਜਾਂ ਕੋਈ ਹੋਰ ਇਹੋ ਜਿਹੇ ਕੀਰਤਨ ਸਮਾਗਮ ਨਹੀਂ ਕਰਾਉਂਦੇ, ਆਪਣੇ ਆਪੇ ਯਾਦ ਆਈ ਜਾਂਦਾ। ਹੋਰ ਤਾਂ ਹੋਰ ਦੁਸ਼ਮਣ ਨੂੰ ਯਾਦ ਕਰਨ ਵਾਸਤੇ ਅਸੀਂ ਕੁਝ ਵੀ ਨਹੀਂ ਕਰਦੇ, ਦੁਸ਼ਮਣ ਧੱਕੇ ਨਾਲ ਯਾਦ ਆਈ ਜਾਂਦਾ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਦੁਸ਼ਮਣ ਯਾਦ ਆਵੇ, ਜਿਹਨੂੰ ਅਸੀਂ ਨਫ਼ਰਤ ਕਰਦੇ ਹਾਂ ਉਹ ਸਾਡੇ ਯਾਦ ਆਵੇ, ਫਿਰ ਵੀ ਉਹ ਧੱਕੇ ਨਾਲ ਯਾਦ ਆਈ ਜਾਂਦਾ। ਪਰ ਪਰਮਾਤਮਾ ਨੂੰ ਯਾਦ ਕਰਨ ਵਾਸਤੇ ਅਸੀਂ ਸਪੈਸ਼ਲ ਅਲਾਰਮ ਲਾ ਕੇ ਸਾਜਰੇ ਉੱਠਦੇ ਹਾਂ, ਸਪੈਸ਼ਲ ਦੇਸੀ ਘੀ ਦੀਆਂ ਜੋਤਾਂ ਬਾਲਦੇ ਹਾਂ, ਧੂਫਾਂ ਦਿਖਾਉਂਦੇ ਹਾਂ, ਰੈਣ ਸਵਾਈਆਂ ਦੇ ਸਮਾਗਮ ਕਰਵਾਉਂਦੇ ਹਾਂ, ਕਥਾ ਕੀਰਤਨ ਦੇ ਪ੍ਰਵਾਹ ਚਲਾਉਂਦੇ ਹਾਂ, ਅਖੰਡ ਪਾਠ ਕਰਵਾਉਂਦੇ ਹਾਂ, ਸਹਿਜ ਪਾਠ ਕਰਵਾਉਂਦੇ ਹਾਂ, ਸੁਖਮਨੀ ਸਾਹਿਬ ਦੇ ਚਲੀਹੇ ਕਰਦੇ ਹਾਂ, ਪਤਾ ਨਹੀਂ ਹੋਰ ਕੀ ਕੀ ਪਾਪੜ ਬੇਲਦੇ ਹਾਂ, ਤੀਰਥਾਂ ਦੀ ਯਾਤਰਾ, ਗੁਰਧਾਮਾਂ ਦੀ ਯਾਤਰਾ, ਬਹੁਤ ਕੁਛ ਕਰਦੇ ਹਾਂ। ਪਰ ਪਰਮਾਤਮਾ ਸਾਡੇ ਯਾਦ ਨਹੀਂ ਆ ਰਿਹਾ, ਸਾਡੀ ਸਿਮਰਤੀ ਦੇ ਵਿੱਚ ਨਹੀਂ ਬੈਠ ਰਿਹਾ। ਕਾਰਨ ਕਿਉਂਕਿ ਸਾਡੀ ਸਿਮਰਤੀ ਦੇ ਵਿੱਚ ਪਹਿਲਾਂ ਹੀ ਬਹੁਤ ਕੂੜਾ ਕਬਾੜ ਪਿਆ। ਸਾਡੀ ਸਿਮਰਤੀ ਪਹਿਲਾਂ ਬਹੁਤ ਗੰਦੀ ਹੈ। ਗੰਦੀ ਥਾਂ ਦੇ ਉੱਤੇ ਤਾਂ ਕੁੱਤਾ ਵੀ ਨਹੀਂ ਬਹਿੰਦਾ, ਕੁੱਤਾ ਵੀ ਆਪਣੀ ਪੂਛ ਮਾਰ ਕੇ ਫੇਰ ਬਹਿੰਦਾ। ਬਹੁਤ ਮਸਕੀਨ ਜੀ ਦੀ ਕਥਾ 'ਚ ਆਉਂਦਾ ਹੈ, ਇੱਕ ਬੰਦਾ, ਉਹਦਾ ਨਾਂ ਤਾਂ ਉਹਨੇ ਲੈਂਦੇ ਨੇ ਪਰ ਮੈਂ ਭੁੱਲ ਗਿਆ, ਸ਼ਾਇਦ ਸ਼ੇਖ ਸ਼ਾਦੀ ਜੀ ਦੀ ਸੁਣਾਉਂਦੇ ਨੇ, ਕਿਹਦੀ ਸੁਣਾਉਂਦੇ ਨੇ। ਕਹਿੰਦੇ ਉਹ ਬੰਦੇ ਨੇ ਇਸ ਜਨਮ ਦੇ ਵਿੱਚ ਪਰਮਾਤਮਾ ਨੂੰ ਖੁਸ਼ ਕਰ ਲਿਆ, ਬੜੀ ਬੰਦਗੀ ਸੀ, ਸਾਰੀ ਰਾਤ ਅੱਲਾ 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 ਕਰਦਾ ਸੀ। ਪਰਮਾਤਮਾ ਉਹਦੀ ਭਜਨ ਬੰਦਗੀ 'ਤੇ ਖੁਸ਼ ਹੋਇਆ। ਪਰਮਾਤਮਾ ਨੂੰ ਉਹਨੇ ਕਿਹਾ ਕਿ ਮੇਰੇ ਹਿਰਦੇ 'ਚ ਵਸੋ, ਜਿਵੇਂ ਆਪਣੀ ਬਾਣੀ ਵੀ ਕਹਿੰਦੀ ਹੈ, ਕਿਰਪਾ ਨਿਧ ਹਿਰਦੈ ਵਸੋ ਹਰਨੀਤ, ਤੈਸੀ ਬੁੱਧ ਕਰੋ ਪ੍ਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ। ਉਹਨੇ ਵੀ ਇਹੀ, ਕਿਉਂਕਿ ਸਾਰੇ ਭਗਤਾਂ ਦੀ, ਸਾਰੇ ਉੱਚੀ ਆਤਮਿਕ ਅਵਸਥਾ ਵਾਲਿਆਂ ਦੀ ਇੱਕੋ ਹੀ ਮੰਗ ਹੁੰਦੀ ਹੈ,
ਉਹਨਾਂ ਨੇ ਕੋਈ ਕਾਰ ਕੋਠੀਆਂ ਨਹੀਂ ਮੰਗਣੀਆਂ ਹੁੰਦੀਆਂ, ਉਹਨਾਂ ਇੱਕੋ ਹੀ ਮੰਗ ਹੁੰਦੀ ਹੈ ਕਿ ਜੀ ਤੁਸੀਂ ਮੇਰੇ ਹਿਰਦੇ 'ਚ ਆ ਕੇ ਬਸੋ। ਕਹਿੰਦੇ ਅੱਲਾ ਉਹਦੇ ਨਾਲ ਚੱਲ ਪਿਆ, ਕਹਿੰਦਾ ਵੀ ਚੱਲ। ਉਹਨਾਂ ਨੇ ਅੱਲਾ ਲਿਖਿਆ, ਆਪਾਂ ਪਰਮਾਤਮਾ ਕਹਿ ਦਿੰਦੇ ਹਾਂ, ਵਾਹਿਗੁਰੂ ਕਹਿ ਦਿੰਦੇ ਹਾਂ। ਕਹਿੰਦੇ ਚੱਲਿਆ, ਅਤੇ ਜਦੋਂ ਜਾ ਕੇ ਕੀ ਦੇਖਦਾ, ਹਿਰਦੇ ਦੀ ਸੇਜਾ ਦੇ ਉੱਤੇ ਇਹ 5 ਬੈਠੇ ਨੇ ਅੱਗੇ। ਅੱਲਾ ਕਹਿੰਦਾ ਯਾਰ ਤੂੰ ਮੈਨੂੰ ਕਿੱਥੇ ਬਿਠਾਏਂਗਾ, ਉਹ ਤਾਂ ਪਹਿਲੀ 5 ਬੈਠੇ ਨੇ ਉੱਥੇ। ਉਹ ਕਹਿੰਦਾ ਜੀ ਤੁਸੀਂ 1 ਮਿੰਟ ਬੈਠੋ, ਉਹਨਾਂ ਨੂੰ ਮੈਂ ਹੁਣ ਕੱਢ ਦੇਣਾ। ਉਹ ਗਿਆ ਅੰਦਰ, ਫੜ ਕੇ ਕਾਮ ਨੂੰ ਕੱਢਿਆ, ਇਹਨੇ ਕ੍ਰੋਧ ਨੇ ਚਿੰਬੜ ਗਿਆ। ਕ੍ਰੋਧ ਕਹਿੰਦਾ ਵੀ ਕਿਵੇਂ ਕੱਢੇਗਾ? ਉਹ ਕ੍ਰੋਧ ਨੂੰ ਕੱਢਦਾ, ਇਹਨਾਂ ਨੂੰ ਕਾਮ ਅੰਦਰ ਵੜ ਗਿਆ। ਉਹ ਫਿਰ ਉਹਨਾਂ ਨੂੰ ਕੱਢਦਾ, ਇਹਨਾਂ ਨੂੰ ਲੋਭ ਅੰਦਰ ਵੜ ਗਿਆ। ਉਹ 5 ਕਹਿੰਦੇ ਗੱਲ ਸੁਣ, ਤੇਰਾ ਅੱਲਾ ਤਾਂ ਅੱਜ ਆਇਆ, ਸਾਨੂੰ ਤਾਂ ਬੜੇ ਜਨਮਾਂਤਰ ਹੋ ਗਏ ਤੇਰੇ ਹਿਰਦੇ 'ਤੇ ਬੈਠਿਆਂ ਨੂੰ, ਤੂੰ ਸਾਨੂੰ ਕਿਵੇਂ ਕੱਢੇਗਾ? ਸਾਡਾ ਕਬਜ਼ਾ ਹੈ, ਤੇ ਆਪਣਾ ਮਕਾਨ ਮਾਲਕ ਨਹੀਂ ਖੜਾ ਛੱਡਦਾ, ਜੇ ਆਪਾਂ ਕਿਰਾਏ 'ਤੇ ਦੇ ਦਈਏ ਉਹ ਨਹੀਂ ਛੇਤੀ ਨਿਕਲਦਾ ਹੈ। ਉਹ ਕਹਿੰਦਾ ਸਾਨੂੰ ਕਿਵੇਂ ਕੱਢੇਗਾ ਬਾਹਰੋਂ? ਅੱਲਾ ਕਹਿੰਦਾ ਲੈ ਯਾਰ ਤੂੰ ਭਰਾਵਾ ਝਗੜਾ ਕਰੀ ਜਾ ਇਹਨਾਂ ਨਾਲ, ਮੈਂ ਤਾਂ ਚੱਲਿਆ, ਮੈਂ ਹੁਣ ਕਿੰਨੀ ਦੇਰ ਖੜਾਂਗਾ। ਪਹਿਲਾਂ ਤੂੰ ਇਹਨਾਂ ਨੂੰ ਅੰਦਰੋਂ ਕੱਢ, ਇਹਨਾਂ ਨੂੰ ਕਾਬੂ ਕਰ, ਫਿਰ ਮੈਂ ਆਵਾਂਗਾ ਤੇਰੇ ਕੋਲ। ਸਾਧ ਸੰਗਤ ਜੀ, ਹੁਣ ਸਤਿਗੁਰੂ ਇਹੀ ਫਰਮਾ ਰਹੇ ਨੇ, ਆਪਾਂ ਨੂੰ ਦੱਸ ਰਹੇ ਨੇ, ਕਹਿੰਦੇ ਜਿਹਦੇ ਉਸ ਪਰਮਾਤਮਾ ਨੂੰ ਚਿੱਤ 'ਚ ਰੱਖ ਜਿਹੜਾ ਤੇਰੇ ਪ੍ਰਾਣਾਂ ਦਾ ਆਧਾਰ ਹੈ। ਇਹੋ ਜਿਹੇ ਪਰਮਾਤਮਾ ਨੂੰ, ਹਰੀ ਵਰਗੇ ਪਰਮਾਤਮਾ ਨੂੰ ਆਪਣਾ ਤੂੰ ਪ੍ਰੀਤਮ ਬਣਾ ਹੈ ਮੇਰੇ ਮਨ ਮਿੱਤਰ। ਅੱਗੇ ਸਤਿਗੁਰੂ ਕਹਿੰਦੇ ਨੇ, ਰੇ ਮਨ ਮੇਰੇ ਤੂੰ ਤਾਕਉ ਸੇਵ ਆਦਿ ਪੁਰਖ ਅਪਰੰਪਰ ਦੇ। ਹੇ ਮੇਰੇ ਮਨ, ਤੂੰ ਉਸ ਪਰਮਾਤਮਾ ਨੂੰ ਸੇਵ ਜਿਹੜਾ ਆਦਿ ਪੁਰਖ ਹੈ, ਜੁਗਾਂ ਦੇ ਮੁੱਢ ਤੋਂ ਵੀ ਪਹਿਲਾਂ ਦਾ, ਇਹ ਸ੍ਰਿਸ਼ਟੀ ਦੇ ਮੁੱਢ ਤੋਂ ਵੀ ਪਹਿਲਾਂ ਦਾ, ਜਿਹੜਾ ਉਸ ਨੂੰ ਯਾਦ ਕਰ। ਸੇਵਨ ਦਾ ਮਤਲਬ ਯਾਦ ਕਰ। ਜਿਹੜਾ ਅਪਰੰਪਰ ਬੇਅੰਤ ਹੈ। ਦੇਵ ਦਾ ਮਤਲਬ ਹੁੰਦਾ ਪ੍ਰਕਾਸ਼ ਰੂਪ, ਜਿਹਦਾ ਦੀਵਾ ਜਗਿਆ ਹੋਇਆ ਉਹਨੂੰ ਕਹਿੰਦੇ ਦੇਵਤਾ। ਜਿਹਦਾ ਦੀਵਾ ਜਗ ਪਿਆ, ਜਿਹੜਾ ਕੁਛ ਦੇਣ ਦੀ ਇੱਛਾ ਰੱਖਦਾ ਉਹਨੂੰ ਕੀ ਕਹਿੰਦੇ ਨੇ? ਦੇਵਤਾ। ਪ੍ਰਕਾਸ਼ ਰੂਪ, ਜਿਹੜਾ ਪ੍ਰਕਾਸ਼ ਰੂਪ ਹੈ, ਜਿਹੜਾ ਬੇਅੰਤ ਹੈ, ਜਿਹੜਾ ਸਾਰੀਆਂ ਥਾਵਾਂ 'ਤੇ ਪਰਿਪੂਰਨ ਹੈ, ਜਿਹੜਾ ਆਦਿ ਤੋਂ ਹੀ ਹੈ, ਉਸ ਪਰਮਾਤਮਾ ਨੂੰ ਤੂੰ ਯਾਦ ਕਰ। ਸਾਧ ਸੰਗਤ ਜੀ, ਇਹਦੇ ਪਿੱਛੇ ਵੀ ਇੱਕ ਬੜਾ ਨਾ ਫਿਲਾਸਫੀਕਲ ਲੌਜਿਕ ਹੈ। ਗੁਰਬਾਣੀ ਕਹਿੰਦੀ ਹੈ, ਜੈਸਾ ਸੇਵੈ ਤੈਸੋ ਹੋਵੇ। ਅਸੀਂ ਕਿਸੇ ਬੰਦੇ ਦਾ ਧਿਆਨ ਰੱਖਦੇ ਹਾਂ, ਫਰਜ਼ ਕਰ ਲਓ, ਉਹ ਬੰਦੇ ਦੇ ਵਿੱਚ ਕਈ ਨੁਕਸ ਹੋ ਸਕਦੇ ਨੇ, ਲੁਕਵੇਂ ਹੋ ਸਕਦਾ, ਪ੍ਰਗਟ ਤੌਰ 'ਤੇ ਉਹ ਸਾਨੂੰ ਆਪਣੇ ਨੁਕਸ ਨਾ ਦਿਖਣ ਦੇਵੇ। ਉਹਦੇ ਅੰਦਰ ਕੋਈ ਕਾਮਿਕ ਵਿਰਤੀ ਹੋਵੇ, ਉਹ ਕ੍ਰੋਧੀ ਹੋਵੇ, ਉਹ ਲੋਭੀ ਹੋਵੇ, ਉਹਨੂੰ ਚੋਰੀ ਕਰਨ ਦੀ ਆਦਤ ਹੋਵੇ। ਜਦੋਂ ਅਸੀਂ ਉਹਨੂੰ ਯਾਦ ਕਰਾਂਗੇ, ਉਹ ਜਾਣੇ ਅਣਜਾਣੇ ਔਗਣ ਸਾਡੇ ਵਿੱਚ ਆ ਜਾਣਗੇ। ਇਸੇ ਕਰਕੇ ਪਰਮਾਤਮਾ ਨੇ ਗੁਰੂ ਮਹਾਰਾਜ ਨੇ ਸਾਨੂੰ ਪਰਮਾਤਮਾ ਨਾਲ ਜੋੜਿਆ, ਅਕਾਲ ਪੁਰਖ ਨਾਲ ਜੋੜਿਆ। ਉਹਨਾਂ ਨੇ ਸਾਨੂੰ ਕਿਸੇ ਦੇਵੀ ਦੇਵਤੇ ਨਾਲ ਨਹੀਂ ਜੋੜਿਆ। ਜਦੋਂ ਆਪਾਂ ਪੜ੍ਹਦੇ ਨਾ ਸ਼ਿਵ ਪੁਰਾਣ ਜਾਂ ਵਿਸ਼ਨੂੰ ਪੁਰਾਣ ਜਾਂ ਕੋਈ ਹੋਰ ਕਈ ਪੜ੍ਹਦੇ ਆਪਾਂ ਧਾਰਮਿਕ ਗ੍ਰੰਥ, ਬੜੇ ਹੈਰਾਨ ਹੁੰਦੇ ਹਾਂ ਕਿ ਉਹ ਦੇਵਤਿਆਂ ਦੇ ਵਿੱਚ ਵੀ ਬੜੇ ਭਾਰੀ ਨੁਕਸ ਪਾਏ ਗਏ ਨੇ। ਬਰਮਾ ਜੀ ਤੋਂ ਉੱਪਰ ਤਾਂ ਕੋਈ ਨਹੀਂ। ਹੁਣ ਜਦੋਂ ਪੜ੍ਹਦੇ ਹਾਂ ਕਪਾਲ ਮੋਚਨ ਦਾ ਇਤਿਹਾਸ, ਦੇਖੋ ਆਪਣੀ ਸਕੀ ਬੇਟੀ ਸਰਸਵਤੀ ਦੇਵੀ ਦੇ ਉੱਤੇ, ਜਿਹੜੀ ਉਹਨਾਂ ਦੀ ਸਕੀ ਬੇਟੀ ਸੀ, ਉਸੇ ਉੱਤੇ ਹੀ ਉਹ ਆਪਣਾ ਮਨ ਖਰਾਬ ਕਰ ਬੈਠਾ। ਹੁਣ ਜਿਹੜਾ ਇਹੋ ਜਿਹੀ ਪੂਜਾ ਕਰੂਗਾ ਉਹ ਕਿਹਾ ਜਾ ਹੋਏਗਾ। ਆਪਾਂ ਪੜ੍ਹਦੇ ਹਾਂ ਕਿ ਸ਼ਿਵ ਜੀ ਗੁੱਸੇ 'ਚ ਛੇਤੀ ਆ ਜਾਂਦੇ ਸੀ, ਛੇਤੀ ਉਹ ਹੁੰਦੇ ਸੀ। ਹੁਣ ਜਿਹੜਾ ਉਹਨਾਂ ਦੀ ਪੂਜਾ ਕਰੇਗਾ ਫਿਰ ਉਹ ਠੰਡਾ ਕਿਵੇਂ ਰਹੇਗਾ? ਸਾਨੂੰ ਅਕਾਲ ਪੁਰਖ ਨਾਲ ਮਹਾਰਾਜ ਨੇ ਇਸ ਕਰਕੇ ਜੋੜਿਆ ਕਿਉਂਕਿ ਅਕਾਲ ਪੁਰਖ ਦਾ ਬੇਐਬ ਪਰਵਤਗਾਰ ਹੈ। ਉਹ 'ਚ ਕੋਈ ਵੀ ਐਬ ਨਹੀਂ। ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਕਰਾਂਗੇ, ਸਾਡੇ ਅੰਦਰ ਕਾਲਖ ਰਹੇਗੀ ਨਹੀਂ। ਸਾਧ ਸੰਗਤ ਜੀ, ਇੱਕ ਹੋਰ ਵੀ ਆ, ਮੈਂ ਬੜਾ ਹੈਰਾਨ ਹੁੰਦਾ, ਜਿਹਦਾ ਅਸੀਂ ਧਿਆਨ ਧਰਦੇ ਹਾਂ, ਹੌਲੀ ਹੌਲੀ ਸਾਡਾ ਸਰੂਪ ਉਹੋ ਜਿਹਾ ਹੋ ਜਾਂਦਾ। ਮੇਰੀ ਭਾਣਜੀ ਦੇ ਬੱਚਾ ਹੋਣਾ ਸੀ, ਤਾਂ ਜਿਹੜੀ ਉਹਦੀ ਭਤੀਜੀ ਸੀ ਉਹ ਛੋਟੀ ਸੀ। ਇੱਕ ਨਾ ਉਹਦੇ ਕੋਲ ਆ ਸੀ ਆਪਣਾ ਗੁੱਡਾ ਜਿਹਾ, ਉਹ ਚੱਕਦੀ ਸੀ, ਉਹਦੇ ਕੋਲੇ ਲੈ ਜਾਂਦੀ ਸੀ ਆਪਦੀ ਭੂਆ ਕੋਲ, ਵਾਰੀ 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 ਵਾਰੀ। ਅਸੀਂ ਹੈਰਾਨ ਹੋ ਗਏ ਜਦੋਂ ਉਹਦੇ ਗੁੜੀਆ ਹੋਈ ਨਾ, ਉਹ ਬਿਲਕੁਲ ਉਹ ਗੁੱਡੇ ਦੀ ਡੀਟੋ, ਉਹੀ ਅੰਗਰੇਜ਼ਾਂ ਵਰਗੀਆਂ ਨੀਲੀਆਂ ਅੱਖਾਂ, ਉਹੇ ਜੀ ਨੱਕ, ਉਹੇ ਜੀ ਬੁੱਲ।
ਹੁਣ ਅਸੀਂ ਕਰਨੇ ਆ परमात्मा की पूजा, परमात्मा की आराधना। परमात्मा अति सुंदर है, बहुत सुंदर है। परमात्मा नूं जपण वाले अति सोहणे हो जाते हैं। साध संगत जिहड़ा हुण हनुमान का पुजारी है तो उहदा रूप किहा जा होएगा। गोंड राग दे विच बाबा नामदेव जी अपनी बाणी च लिखते हैं, शिव शिव करता है जो नर ध्यावै, बरद चढ़ै डौरू टमकावै, महामाई की पूजा करे नर से नार होए अवतर। तू कहियत ही आदि भवानी मुक्त की वरिया कहाँ छपानी। फिर कहने यार बंदा साडा बच्चा सोहना नहीं हैगा। ਉਹ ਭਾਈ ਤੁਸੀਂ ਤਾਂ ਹੁਣ ਜਿਹਦੀ ਪੂਜਾ ਕੀਤੀ ਹੈ ਉਹਦੀ ਸ਼ਕਲ ਆ ਜਾਂਦੀ ਹੈ। ਹੁਣ ਫਰਜ਼ ਕਰ ਲਓ ਮੈਂ ਕਿੰਨੇ ਜਨਮਾਂ ਤੋਂ ਕਿਸੇ ਇਹੋ ਜਿਹੇ ਦੇਵੀ ਦੇਵਤੇ ਦੀ ਪੂਜਾ ਕਰ ਰਿਹਾ ਤਾਂ ਫਿਰ ਮੇਰੀ ਸ਼ਕਲ ਜਦੋਂ ਮੈਂ ਜਨਮ ਲਵਾਂਗਾ, ਮੇਰੀ ਕਿਸੇ ਅਵਸਥਾ ਹੋਗੀ ਤਾਂ ਉਹੀ ਜਿਹੀ ਮੇਰੀ ਸ਼ਕਲ ਹੋ ਜਾਏਗੀ। ਫਿਰ ਉਹੀ ਜਿਹੀ ਸ਼ਕਲ ਹੋ ਜਾਏਗੀ। ਇਸੇ ਕਰਕੇ ਗੁਰੂ ਮਹਾਰਾਜ ਨੇ ਸਾਨੂੰ ਅਕਾਲ ਪੁਰਖ ਨਾਲ ਜੋੜਿਆ ਹੈ। ਭਾਈ ਅਕਾਲ ਪੁਰਖ ਅਤੀ ਸੁੰਦਰ ਹੈ, ਅਤੀ ਸਿਆਣਾ ਹੈ, ਅਤੀ ਸੋਹਣਾ ਹੈ। ਉਹ ਬੇਐਬ ਹੈ, ਉਹਦੇ ਵਿੱਚ ਕੋਈ ਐਬ ਨਹੀਂ, ਕੋਈ ਦੋਸ਼ ਨਹੀਂ, ਕੋਈ ਦਾਗ ਨਹੀਂ। ਉਹ ਉਦਾਰ ਚਿੱਤ ਹੈ। ਬਸ ਇਹੀ ਮਹਾਰਾਜ ਨੇ ਕਿਹਾ ਕਿ ਤੂੰ ਉਸ ਨੂੰ ਸੇਵ, ਉਹਨੂੰ ਯਾਦ ਕਰ ਜਿਹੜਾ ਆਦਿ ਤੋਂ ਹੈ, ਜਿਹੜਾ ਪਰਿਪੂਰਨ ਹੈ, ਜਿਹੜਾ ਬੇਅੰਤ ਹੈ, ਜਿਹੜਾ ਪ੍ਰਕਾਸ਼ ਰੂਪ ਹੈ। ਤਿਸ ਉਪਰ ਮਨ ਕਰ ਤੂੰ ਆਸਾ, ਆਦਿ ਜੁਗਾਦ ਜਾ ਕਾ ਪ੍ਰਵਾਸਾ। हे मेरे मना तू उस परमात्मा ते आस ला, मानुख की टेक बिरथी सब जान, देवन को एक है भगवान। आपां आस लाउने आ कि फलाना रिश्तेदार साडा कारज सवार दूगा, पर हो सकता उसकी कोई मजबूरी होवे। सानू लगदा उहदे कोल रुपया पैसा हैगा, असीं उहदे कोलों जाके आपां कुछ पैसे लैके आउने आ, उधारे लैके आउने आ जां व्याज ते लैके आउने आ। हो सकता उन्हें पहली FDs वगैरह करातियां होण जां किते अपने होर किते उन्हें इन्वेस्टमेंट करवाती होवे, वो सानू दे दे जवाब, फिर साडा मन दुखी हुंदा। कहने हे मेरे मन तू उस परमात्मा दे उत्ते आस रख जिहदा आद जुगाद जा का प्रवासा। आद जुगाद तो सारे जीवां नूं जिहदा भरोसा है। साध संगत जी जिहने उहदा भरोसा कीता ना परमात्मा दा, ਇਹ ਗੱਲ ਯਾਦ ਰੱਖਣੀ, ਉਹਨੇ ਕਦੇ ਪਿੱਠ ਨਹੀਂ ਲੱਗਣ ਦਾ ਹੋ ਕਿਸੇ ਦੀ। ਸਾਧ ਸੰਗਤ ਜੀ ਨਾਮ ਧਰੀਕ ਉਧਾਰੇ ਭਗਤ ਹੈ ਸੰਸਾ ਕੌਣ। ਭਗਤਾਂ ਨੂੰ ਤਾਂ ਕੋਈ ਸੰਸਾ ਹੀ ਨਹੀਂ, ਉਹ ਤਾਂ ਸਾਡੇ ਵਰਗੇ ਨਾਮ ਧਰੀਕਾਂ ਦੀ ਵੀ ਪੂਰੀ ਕਰਦਾ। ਮੈਨੂੰ ਯਾਦ ਹੈ ਬੇਟਾ ਸਾਡਾ ਫਗਵਾੜੇ ਪੜ੍ਹਦਾ ਹੁੰਦਾ ਸੀ, ਉਦੋਂ ATM ਸਿਸਟਮ ਨਹੀਂ ਸੀ, ਮੋਬਾਈਲ ਫੋਨ ਵੀ ਨਹੀਂ ਹੁੰਦੇ ਸੀ, ਲੈਂਡਲਾਈਨ ਹੁੰਦੇ ਸੀ। ਉਹ ਸ਼ੁੱਕਰਵਾਰ ਨੂੰ ਆਇਆ, ਸ਼ਨੀਵਾਰ ਨੂੰ ਰਿਹਾ, ਸੋਮਵਾਰ ਨੂੰ ਉਹਨੇ ਸਾਜਰੇ ਬੱਸ ਚੜ੍ਹਨਾ ਸੀ। मैं इत्थों गया शाम जी, घरें सरदार नहीं कहनी घरें पैसे किन्ने क पे ने। भाई पैसे तो बड़े थोड़े होणगे। कहनी इनू लोड़ है बेटे नू। मैं किन्ने दी लोड़ है? इन्हें कोई किताबां खरीदणियां ने, 800-900 हज़ार रुपये तैनूं चाहिदा। मैं भी तूं दिने कहंदी मैं किस तों फड़ लिआउंदा, हुण मैं कित्थे जावां। चलो वो बुड़ जी करके हो गए। ਆਪਾਂ ਅਜੇ ਸੋਲੇ ਸਾਹਿਬ ਦਾ ਪਾਠ ਜੇ ਸ਼ੁਰੂ ਕੀਤਾ ਸੀ, ਰੋਟੀ ਖਾ ਕੇ ਇਹਨੂੰ ਸਾਡਾ ਗੇਟ ਖੜ ਗਿਆ। ਮੈਂ ਦੁਖੀ ਜਾ ਹੋ ਕੇ ਮਹਾ ਯਾਰ ਲੈ ਹੁਣ ਸੌਣ ਲੱਗੇ ਸੀ, ਪਤਾ ਨਹੀਂ ਕੌਣ ਆ ਗਿਆ। ਮੈਂ ਨਾ ਜਦੋਂ ਗੇਟ ਨੂੰ ਤਾਲਾ ਲਾ ਕੇ ਆਇਆ, ਮੈਂ ਸੋਚ ਰਿਹਾ ਸੀ ਵੀ ਪਰਮਾਤਮਾ, ਮੈਂ ਸੁਣਿਆ ਵੀ ਨਾਮ ਧਰੀਕ ਉਧਾਰੇ ਭਗਤਾ ਸੰਸਾ ਕੌਣ। ਬਈ ਮੈਂ ਹਾਂ ਤਾਂ ਨਾਮ ਧਰੀਕ, ਵੀ ਹੁਣ ਤੂੰ ਮੇਰੀ ਲਾਜ ਕਿਵੇਂ ਰੱਖੇਗਾ, ਵੀ ਤੂੰ ਇਹ ਇੰਤਜ਼ਾਮ ਕਿੱਥੋਂ ਕਰੇਗਾ। ਮਹਾਰਾਜ ਹੈ ਤਾਂ ਤੇਰਾ ਇੰਤਜ਼ਾਮ ਹੈ, ਮੇਰੇ ਇੰਤਜ਼ਾਮ ਥੋੜ੍ਹੇ ਨੇ, तू किवें करेगा इंतजाम। चलो देखते हमारा, तेरी सिरदर्दी है मेरी सिरदर्दी थोड़ा, कोई गल नहीं, चलो कर दो बुड़ जी करके मतलब पै गए। अजे मैं सोले साहब का पाठ अजे शुरू किया, इन्हें साडा गेट खड़किया, बैल वजाई किसी ने। मैं यार हुण किहड़ा आ गया, हुण सौण दा बस, क्योंकि सानूं नींद बहुत प्यारी है। इन्हें नूं मैं गेट खोलिया तो अपने पुराने सत्संगी साडे महल्ले दी वो अमरीक सिंह सी, चढ़ाई कर गए, वो आए दो ने। मैं भी तुसी इस वेले कहने असीं थोड़े पैसे नहीं देने सी, अज 27 तरीक हो गई, सानू तनख्वाह मिल गई, तो मैं मेरे तुसी किहड़े मतलब ढांचे देने भी तुसी, मैं तो तुहानूं कहने नहीं जी तुहाडे मैं असीं पैसे देने, 1300 रुपया तुहाडा देना, असीं वो पैसे देना है। मैथों खड़िया नहीं गया, मैं बैठ गया तो बैठ के हसी गया। वो तू कहते तुसीं हसदे क्यों? मैं कहा मैं तो उहदी लीला नूं देख के हसदा। मैनूं लोड़ सी 700-800 दी, 1000 रुपये की,
तो महाराज ने 1300 भेजता घर, है ना। तो उन्होंने पता भी ये मंग भी नहीं सकता किसी तो, क्योंकि मेरी कमजोरी आ, मैं किसी को मंग नहीं सकता। आधारे अज तक मंगी नहीं, ना किसी दुकान से आधार की है ने पैसे, ठीक है, नहीं कई बार कहीं औखे सौखे तंगियां तुरशियां च टाइम टपा लें, कई कबीलदारी है, कई बार हथ खुला होंगे, कई बार टाइट होंगे। तो उन्होंने पता सी भी ये मंग भी नहीं सकना, कमजोर दिल बंदा। मैं देखो तुसी, वो कहते जी गल सुनो, साढ़े को 45,000 रुपया हुण इस वक्त दोनों तनख्वाह मिली हुई आ, तो पैसे दसो किन्ने चाहिए। मैं नहीं यार, मैं तो 1300 भी वाधू है, मैं की करना, तो तनख्वाह पहला मिल जाती है, सानू 1-2 नूं मिल जाती है, तनख्वाह आने वाली है, मैं की करने ने। मैं तां गल करदा भी परमात्मा कदी किसी की पिठ नहीं लगन दिंदा, जिहड़ा वो ते थोड़ा जिहा भी भरोसा करदा, वो सर्व कला समर्थ है। ये गल्लां तुहाडे नाल तां सांझियां कीतियां कि ये पापी मन के अंदर इस चीज़ का विश्वास हो जाए कि उहदे उत्ते भरोसा वध जाए। हुण यही दस्सिया भी आद जुगात तो सारे जीवां नूं जिहदा भरोसा है, जिहदा प्रवास है, मेरे मन तू भी उसे दी आस कर, उसे दी आस रख। जा की प्रीत सदा सुख होए, नानक गावै गुर मिल सोए। हुण साध संगत जिहदी प्रीत दे विच हमेशा हमेशा सुख है। सुख भी खखे नूं औंकड़ वाला, जिन्हां कोल पोथियां ने ध्यान मारो, खखे नूं औंकड़ है सुख, भाव सदीवी सुख, सब तो वड्डा सुख, सारे सुखां दा जिहड़ा टोटल है, ग्रैंड टोटल है सुख, वो सुख जिहड़ा राज दे सुख तो भी अच्छा सुख है, जिहड़ा भाग दे सुख तो भी अच्छा सुख है, वो सुख। संसार नूं आपां प्रीत करदे हां, देखो भंवर है, कमल दे फुੱਲ नूं प्रीत करदा, वो कई किलोमीटर तो दौड़ के जांदा पानी दे विच, पानी दे विच कमल हुंदा, चिक्कड़ दे विच वो कमल दे फुੱਲ दे बहिंदा, परिक्रमा करदा, कमल दे फुੱਲ दियां बहिंदा ते रस पीना शुरू कर दिंदा, प्रीत करदा उहनूं। वो इन्नी प्रीत करदा है, उहदी प्रीत च इन्ना मगन हो जांदा है कि उस नूं सूरज छुपदे दा भी पता नहीं लगदा कि यार दिन बतीत हो गया, मेरे बच्चे मैनूं उडीकदे होणगे, जां मतलब हुण सूरज छिपण लग्या, हनेरा हो गया ना। उहनूं आंदा चल थोड़ा जिहा होर, थोड़ा जिहा होर, थोड़ा जिहा होर। वो करदियां करदियां कमल दे फुੱਲ दी एक खासीयत है, जदों सूरज छुप जांदा वो फुੱਲ बंद होएगा, वो विचे घुट के मर जांदा। वो यह है संसारक प्रीत। भौरे ने प्रीत की पर कमल दे फुੱਲ ने प्रीत नहीं की, उन्होंने घुट के मारता। चंद्रमा नूं प्रीत करदी है चकोर, चकोर लेह लद्दाख दे विच पंछी आ, कहने तितर तो थोड़ा जिहा वड्डा हुंदा, मैं तो देखिया नहीं पर आम फौजी दसदे ने। ते वो कहंदे बस जदों पूर्णमासी दी रात आउंदी है ना, उहदे वास्ते सब तो वध खुशी वाली रात वो हुंदी है। वो चंद्रमा वाल एक टक ला के देखदी है, ऐन बस झाकी जांदी है चकोर। वो कहंदे ना मतलब पैर भी नहीं हिलाउंदी, बस जिधर चंद्रमा चढ़दा ऐं देखी जांदी है, ज्यों ज्यों चंद्रमा पिछे जांदा ऐं झाकी जांदी है। वो गर्दने मोड़ी जांदी है, मतलब पैर नहीं हिलाउंदी, ना खांदी है ना पींदी है। हुण चंद्रमा नाल तां प्रीत कीती चकोर ने, पर चंद्रमा उहनूं कोई जिहड़ा है प्रीत नहीं करदा हैगा। मच्छी ने प्रीत की पानी नाल, पानी दे विच रहिंदी है, उहदा जीवन है। पर पानी ये नहीं सोचदा यार मैं तो सुक्कण लग्या, ये मच्छी मर जूगी, वो कोई प्रीत नहीं करता उहदे नाल, मच्छी मर जांदी है। शमा जिन्हों आपां लाट कहने आ, जोत कहने आ, ये फारसी वाले नूं शमा कहंदे ने, फलेम इंग्लिश वाले कहंदे ने। उस नूं प्रीत की पतंगे ने, पतंगे ने देखिया ना भी दीवे बल पे नगर दे विच, तां पतंगे दौड़े आउंदे ने, परिक्रमा करते हैं लाइट की। वो क्योंकि उन्होंने अखां का चस्का होंदा, देखते हैं वो लाइट वाल, वो देखदा देखदा इन्ने मगन हो जाते हैं कि वो फलेम के विचे जा वड़ते हैं। फलेम पहला उन्होंने खंभ मचा आती है, फिर वो तेल का भरिया दीवा होंदा, उस डिग जाते हैं, सड़ के मर जाते हैं विच। पतंगे ने प्रीत की पर शमा ने कोई प्रीत नहीं की। साध संगत जी हुण आपां अपनी ला लीए, आपां किसी नूं प्रीत करदे हां, मां नूं, बाप नूं, धीआं नूं, पुत्तां नूं, प्रेमका नूं, प्रेमी नूं। धी पुत्त मूँह मोड़ जाते हैं, कोई आस्ट्रेलिया चलिया गया, कोई कनेडा चलिया गया, कोई अमेरिका चलिया गया, जां वैसी ये बुढ़ा उई खंघी जाता। प्रीत की असीं संसारक बंदिआं नूं, प्रेमका नाल प्रीत की, उन्हें देखा जिन्ना क बटोरिया जाता सी माल बटोर लिया, जो देखा खाली हो गया, चल भी हुण तूं अगे। प्रेमी ने प्रीत की
ਉਹ ਦੇਖਦਾ ਵੀ ਹਾਂ ਹੁਣ ਰੰਗ ਰੂਪ ਢਾਲਾ ਹੋ ਗਿਆ, ਹਾਂ ਵੀ ਤੂੰ ਚੱਲ ਮੈਂ ਅੱਗੇ ਚੱਲਦਾ। ਦੁਨੀਆ ਦੀਆਂ ਸਾਰੀਆਂ ਪ੍ਰੀਤਾਂ ਝੂਠੀਆਂ ਨੇ, ਸਿਰਫ ਸਿੱਖ ਅਤੇ ਗੁਰੂ ਦੀ ਪ੍ਰੀਤ ਹੀ ਸੱਚੀ ਹੈ। ਪ੍ਰੀਤ ਕੀਤੀ ਸਿੱਖ ਨੇ ਗੁਰੂ ਮਹਾਰਾਜ ਨਾਲ, ਕਿਉਂਕਿ ਅਗਲੀ ਕਲਾਸ 'ਚ ਚੜ੍ਹਾਉਣਾ ਸੀ, ਇਸ ਕਰਕੇ ਪ੍ਰੀਖਿਆ ਲੈਣੀ ਜ਼ਰੂਰੀ ਸੀ। ਕਿਹਾ ਜੋਗਿਆ ਤੂੰ ਕਿਹਦੇ ਜੋਗਾ ਹੈ? ਮਹਾਰਾਜ ਮੈਂ ਤੁਹਾਡੇ ਜੋਗਾ। ਕਹਿੰਦੇ ਤੂੰ ਮੇਰੇ ਜੋਗਾ? ਕਹਿੰਦੇ ਹਾਂਜੀ। ਕਹਿੰਦੇ ਫਿਰ ਮੈਂ ਤੇਰੇ ਜੋਗਾ। ਦੋਨਾਂ ਨੇ ਆਪਸ ਦੇ ਵਿੱਚ ਵਿਚਾਰ ਇੱਕ ਦੂਜੇ ਨੂੰ ਦੇ ਲੈ ਲਈ। ਹੁਣ ਇਮਤਿਹਾਨ ਆਇਆ, ਜੋਗਾ ਨੌਜਵਾਨ ਹੋਇਆ, ਮੁੱਛਾਂ ਫੁੱਟਣ ਲੱਗੀਆਂ, ਘਰ ਦੇ ਆਏ ਨੇ, ਮਹਾਰਾਜ ਆਗਿਆ ਦਿਓ ਇਹਦਾ ਵਿਆਹ ਕਰ ਦਈਏ, ਪਸ਼ਾਵਰ ਦਾ ਸੀ ਇਹ ਜੋਗਾ, ਭਾਈ ਜੋਗਾ। ਉਹ ਕਰੇ ਹਾਂ ਵੀ ਗੁਰਮਤਿ ਦੇ ਵਿੱਚ ਤਾਂ ਗ੍ਰਿਸ਼ਤ ਪ੍ਰਧਾਨ ਹੈ, ਇਹਦਾ ਵਿਆਹ ਕਰ ਦਿਓ। ਉਹ ਕਹਿੰਦੇ ਵੀ ਜੋਗਿਆ ਤੂੰ ਜਾ, ਵਿਆਹ ਕਰਵਾਇਆ। ਪਰ ਇੱਕ ਗੱਲ ਯਾਦ ਰੱਖੀ, ਜਦੋਂ ਤੈਨੂੰ ਸਾਡਾ ਸੁਨੇਹਾ ਪਹੁੰਚੂਗਾ ਉਦੋਂ ਪੈਰ ਜੁੱਤੀ ਨਹੀਂ ਪਾਉਣੀ। ਜਿਹੜੀ ਹਾਲਤ ਦੇ ਵਿੱਚ ਹੋਵੇਗਾ ਉਸੇ ਹਾਲਤ ਦੇ ਵਿੱਚ ਤੂੰ ਤੁਰ ਪੈਣਾ। ਜੇ ਪੱਗ ਦੇ 4 ਲੜ ਤੂੰ ਬੰਨ ਲਏ, 5ਵਾਂ ਲੜ ਤੇਰੇ ਅਜੇ ਹੱਥ 'ਚ ਹੈ, ਤੂੰ ਇਹ ਨਹੀਂ ਕਿ ਮੈਂ 5ਵਾਂ ਲੜ ਬੰਨ ਕੇ ਜਾਊਂਗਾ, 5ਵੇਂ ਨੂੰ ਤਾਂ ਰਾਹ 'ਚ ਬੰਨਣਾ। ਸਤ ਬਚਨ ਜੀ ਯੋਗਾ ਭੇਜਤਾ, ਪਿੱਛੇ ਇੱਕ ਸਿੱਖ ਵੀ ਭੇਜਤਾ, ਚਿੱਠੀ ਲਿਖੀ ਮਹਾਰਾਜ ਨੇ। ਕਹਿੰਦੇ ਲੈ ਵੀ ਸੱਜਣਾ, ਬਸ ਤੂੰ ਦੇਖਦਾ ਰਹੀ ਦੂਰੋਂ, ਤੇ ਜਦੋਂ ਜੋਗਾ ਲਾਵਾਂ 2 ਲੈ ਲੇ, 2 ਰਹਿ ਜਾਣ, ਉਦੋਂ ਇਹ ਚਿੱਠੀ ਫੜਾਉਣੀ ਉਹਨੂੰ। ਕਹਿੰਦੇ ਠੀਕ ਹੈ ਜੀ। ਹੁਣ ਸਿੱਖ ਕਿਹੜਾ ਕੋਈ ਮੇਰੇ ਵਰਗਾ ਹੋਣਾ, ਉੱਚੀ ਅਵਸਥਾ ਦਾ ਹੋਣਾ। ਉਹ ਵੀ ਬਸ ਦੇਖਿਆ ਵੀ ਹਾਂ ਹੁਣ 2 ਘੋੜਾ ਭਜਾਈ ਜਾਂਦਾ ਹੈ, ਜਦੋਂ 2 ਜੋਗਾ ਜੋਗਿਆ ਜੋਗਿਆ। ਉਹ ਕਹਿੰਦੇ ਹਾਂ ਵੀ ਕੀ ਹੋ ਗਿਆ? ਕਹਿੰਦੇ ਆ ਮਹਾਰਾਜ ਦੀ ਪੱਤਰਕ ਹੈ, ਚਿੱਠੀ ਹੈ, ਪੜ੍ਹ। ਉਹ ਘਰ ਦੇ ਕਹਿੰਦੇ ਯਾਰ ਲਾਮਾ ਲੈ ਲੈਣ ਦੇ। ਕਹਿੰਦੇ ਨਹੀਂ ਜੀ ਮਹਾਰਾਜ ਦਾ ਹੁਕਮ ਹੈ ਵੀ ਹੁਣ ਤੁਰੰਤ ਪੜ੍ਹਨੀ ਹੈ। ਤੁਰੰਤ ਪੜ੍ਹੀ, ਉਹਤੇ ਲਿਖਿਆ ਸੀ ਜੋਗਿਆ ਜਿਸ ਹਾਲਤ 'ਚ ਆ ਜਾ। ਬਸ ਮੂੰਹ 'ਚ ਜੇ ਤੇਰੀਆਂ 2 ਬੁਰਕੀਆਂ ਰਹਿੰਦੀਆਂ ਨਾ, 2 ਗਰਾਹੀਆਂ ਰਹਿੰਦੀਆਂ ਨੇ ਰੋਟੀ ਦੀਆਂ, ਬਸ ਉੱਥੇ ਹੀ ਛੱਡਿਆ, ਮੈਨੂੰ ਤੇਰੇ ਤੱਕ ਬਹੁਤ ਜ਼ਰੂਰੀ ਕੰਮ ਹੈ। ਜੋਗੇ ਨੇ 2 ਲਾਵਾਂ ਲਈਆਂ ਸੀ ਬੜੀਆਂ। ਉਹ ਕੁੜੀ ਵਾਲਿਆਂ ਨੇ ਕਿਹਾ, ਉਹਦੇ ਮਾਂ-ਬਾਪ ਨੇ ਕਿਹਾ। ਹੁਣ ਕਿਉਂਕਿ ਗੁਰੂ ਜੋਗਾ ਹੋ ਚੁੱਕਿਆ ਸੀ, ਬਸ ਚੱਲ ਪਿਆ ਉੱਥੋਂ। ਹੁਣ ਆਉਂਦੇ ਆਉਂਦੇ ਉਹਦੇ ਮਨ 'ਚ ਆਇਆ ਵੀ ਜੋਗਿਆ ਤੇਰੇ ਵਰਗਾ ਕੋਈ ਸਿੱਖ ਨਹੀਂ ਹੋਣਾ ਜਿਹੜਾ ਐਂ ਲਾਵਾਂ ਛੱਡ ਕੇ ਆ ਜੇ, ਕਿਉਂਕਿ ਸਿੱਖ ਗੁਰੂ ਅਤੇ ਸਿੱਖ ਦੇ ਵਿਚਾਲੇ ਮਾਇਆ ਪਈ ਆ। ਇਹ ਮਾਇਆ ਦਾ ਪਰਬਤ ਕ੍ਰੋਸ ਕਰਨਾ ਪੈਣਾ। ਇਹ ਤਾਂ ਹੈਗੀ ਸਥੂਲ ਮਾਇਆ ਜਿਹੜੀ ਗੋਲਕ 'ਚ ਬੰਦ ਕਰਕੇ ਆਪਾਂ ਕਾਬੂ ਕਰਕੇ ਰੱਖੀ ਹੋਈ ਹੈ। ਜਦੋਂ ਅਸੂਖਸਮ ਤੌਰ ਦੇ ਉੱਤੇ ਇਹ ਮਾਇਆ ਕਾਮ ਕਰੋ ਲੋਭ ਹੰਕਾਰ ਹੋ ਰਹੀ, ਆਪਣੇ ਹਥਿਆਰ ਲਈ ਖੜੀ ਆ ਮਾਇਆ। ਇਹ ਆਇਆ ਹੁਸ਼ਿਆਰਪੁਰ ਨੂੰ, ਜਦੋਂ ਕ੍ਰੋਸ ਲੱਗਿਆ ਕਰਨ, ਕੁਦਰਤੀ ਸ਼ਾਮਾਂ ਹੋਈਆਂ ਨੇ, ਤੇ ਕੀ ਦੇਖਦਾ ਬਾਜ਼ਾਰ ਵਿੱਚ ਦੀ ਲੰਘਣ ਲੱਗਿਆ। ਉਹ ਬਾਜ਼ਾਰ ਸੀ ਬੇਸਵਾ ਬਾਜ਼ਾਰ। ਤਾਂ ਉਹ ਬੀਬੀਆਂ ਆਪਣੇ ਗਾਹਕਾਂ ਨੂੰ ਉਡੀਕ ਰਹੀਆਂ ਨੇ, ਹਾਵ ਭਾਵ ਕਰ ਰਹੀਆਂ ਨੇ। ਜੋਗੇ ਦੀ ਨਿਗਾਹ ਪਈ, ਮੁੱਛ ਫੁੱਟ ਗੱਭਰੂਆ, ਅਤੀ ਸੁੰਦਰ ਹੈ, ਬਸ ਡੋਲ ਗਿਆ। ਤੇ ਆਪਣਾ ਜਾਂਦਾ ਤਾਂ ਕੀ ਦੇਖਦਾ, ਇੱਕ ਚੌਕੀਦਾਰ ਖੜਾ। ਸੋਚਦਾ ਯਾਰ ਇਹ ਬੰਦਾ ਕਿਤੇ ਦੇਖਿਆ ਲੱਗਦਾ, ਹੱਥ 'ਚ ਸੋਟਾ ਮੋਟਾ, ਉਦੋਂ ਹੀ ਮਤਲਬ ਸਾਦੇ ਜਿਹੇ ਕੱਪੜੇ ਪਾਏ ਨੇ। ਉਹ ਕਹਿੰਦਾ ਯਾਰ ਚੱਲ ਕੋਈ ਆਇਆ ਹੋਇਆ, ਤੂੰ ਫਿਰ ਠਹਿਰ ਕੇ ਹੋਰ ਅੱਗੇ। ਫੇਰ ਆਉਂਦਾ, ਉਹ ਕਹਿੰਦਾ ਯਾਰ ਤੈਨੂੰ ਕਹਿਤਾ ਅੱਗੇ ਉਹ ਹੈਗਾ ਕੋਈ ਤਕੜਾ ਬੰਦਾ, ਪਰ ਤੂੰ ਫੇਰ ਹੈ। ਇੰਨੇ ਨੂੰ ਕਰਦਿਆਂ ਕਰਾਉਂਦਿਆਂ ਅੰਮ੍ਰਿਤ ਵੇਲਾ ਜਾ ਹੋਇਆ। ਉਹ ਕਹਿੰਦਾ ਯਾਰ ਤੂੰ ਗੱਲ ਸੁਣ, ਤੂੰ ਉਰੇ ਫਿਰਦਾ ਹੈ ਇਹ ਨਰਕ ਦੇ ਦੁਆਰੇ ਤੇ, ਤੂੰ ਤਾਂ ਮੈਨੂੰ ਗੁਰੂ ਦਾ ਸਿੱਖ ਲੱਗਦਾ। ਚੋਲਾ ਤੇਰੇ ਪਾਇਆ ਹੈ, ਗੋਡਿਆਂ ਤੱਕ ਦਾ ਕਸ਼ਹਿਰ ਹੈ, ਸਿੱਧੀ ਪੇਚਦਾਰ ਤੈਂ ਦਸਤਾਰਾ ਸਜਾਇਆ, ਦਮਾਲਾ ਸਜਾਇਆ ਹੋਇਆ ਹੈ। ਇਹ ਗੁਰੂ ਦੇ ਸਿੱਖ ਅੰਮ੍ਰਿਤ ਵੇਲੇ ਗੁਰੂ ਨਾਲ ਜੁੜਦੇ ਨੇ, ਤੂੰ ਕਿੱਥੇ ਫਿਰਦਾ ਭੱਜਿਆ ਉਰੇ? ਬਸ ਸਾਰੀ ਮਾਇਆ ਦੀ ਪਾਣ ਜੀ ਲਾਤੀ। ਜਾਗ ਪਿਆ ਮਾਇਆ ਦੀ ਨੀਂਦ ਚੋਂ, ਦੌੜਿਆ ਭੱਜਿਆ। ਭੱਜ ਕੇ ਆ ਕੇ ਜਦੋਂ ਮੱਥਾ ਟੇਕਿਆ ਸ਼੍ਰੀ ਅਨੰਦਪੁਰ ਸਾਹਿਬ, ਕਲਗੀਆਂ ਵਾਲੇ ਨੇ ਉਵਾਸੀ ਲਈ ਹੈ। ਕਹਿੰਦੇ ਸਤਿਗੁਰੂ ਕੀ ਗੱਲ ਰਾਤ ਸੁੱਤੇ ਨਹੀਂ ਹੈਗੇ? ਉਵਾਸੀ ਲਈ ਹੈ। ਸਾਨੂੰ ਵੀ ਭੁਲੇਖਾ ਪੈਂਦਾ ਵੀ ਗੁਰੂ ਨੂੰ ਕਿਹੜਾ ਪਤਾ ਲੱਗਦਾ ਕੁਛ। ਚੱਲ ਜੇ ਮੈਂ 4 ਚਿੱਟੇ ਵਾਲ ਕੱਢਿਆ ਦਾੜੀ ਚੋਂ ਜਾਂ ਬਿਊਟੀ ਪਾਰਲਰ ਜਾਇਆ, ਗੁਰੂ ਨੂੰ ਕਿਹੜਾ ਪਤਾ ਲੱਗਦਾ। ਅਸੀਂ ਵੀ ਇਹੀ ਸੋਚਦੇ ਹਾਂ। ਪਰ ਸਾਧ ਸੰਗਤ ਜੀ, ਗੁਰੂ ਸਾਡੀਆਂ ਕਰੋੜਾਂ ਜਨਮਾਂ ਦੀਆਂ ਭੂਤਕਾਲ ਦੀਆਂ ਲੁਕੀਆਂ ਹੋਈਆਂ ਚੀਜ਼ਾਂ ਜਾਣਦਾ, ਤੇ ਕਰੋੜਾਂ ਹੀ ਜਿਹੜੇ ਭਵਿੱਖ ਦੇ ਵਿੱਚ ਅਸੀਂ ਕਰਨੀਆਂ ਨੇ ਨਾ, ਕੋਈ ਚੰਗੀਆਂ ਮਾੜੀਆਂ ਗੱਲਾਂ,
ਉਹਨਾਂ ਬਾਰੇ ਵੀ ਗੁਰੂ ਅੰਤਰਜਾਮੀਆਂ ਜਾਣੀ ਜਾਣ ਹੈ। ਮਹਾਰਾਜ ਕਹਿੰਦੇ ਉਹ ਸਿੱਖਾ ਜੋਗਿਆ ਭਾਈ ਕਾਹ ਨੂੰ ਯਾਰ, ਇੱਕ ਸਿੱਖ ਨੇ ਨਾ ਰਾਤ ਸੌਣ ਨਹੀਂ ਦਿੱਤਾ। ਉਹ ਨਰਕ 'ਚ ਡਿੱਗਣ ਲੱਗਿਆ ਸੀ, ਅਸੀਂ ਚੌਕੀਦਾਰ ਬਣ ਕੇ ਪਹਿਰਾ ਦਿੰਦੇ ਰਹੇ। ਜਦੋਂ ਰਾਤ ਵਾਲੇ ਭਾਈ ਨਾਲ ਤੇ ਉਹਦੇ ਨਾਲ ਕੰਪੈਰੀਜ਼ਨ ਜਾ ਕਰਿਆ ਸ਼ਕਲ ਦਾ, ਧੜਮ ਕਰਕੇ ਚਰਨਾਂ ਤੇ ਡਿੱਗਿਆ। ਉਹ ਮੇਰੇ ਕਲਗੀਆਂ ਵਾਲਿਆ, ਤੁਸੀਂ ਮੇਰੇ ਵਾਸਤੇ ਨਰਕ ਦੇ ਦੁਆਰੇ ਖੜੇ। ਕਹਿੰਦੇ ਜੋਗਿਆ ਜਿਹੜੀ ਥਾਂ ਤੇ ਅਸੀਂ ਸੁਪਨੇ ਦੇ ਵਿੱਚ ਵੀ ਨਹੀਂ ਜਾਣਾ ਸੀ, ਉਹ ਕਮਲਾ ਤੂੰ ਸਾਨੂੰ ਉੱਥੇ ਖੜਾਤਾ। ਕਿਤੇ ਪ੍ਰੀਖਿਆ ਲੈਣੀ ਸੀ ਮੇਰੀ, ਕਿਤੇ ਹੋਰ ਲੈ ਲੈਂਦਾ। ਮੈਂ ਤਾਂ ਤੇਰੀ ਪ੍ਰੀਖਿਆ ਲਈ ਸੀ 15, ਤੂੰ ਮੈਥੋਂ ਵੀ ਵੱਡੀ ਪ੍ਰੀਖਿਆ ਲੈ ਲਈ, ਮੇਰੀ ਉਸ ਤੋਂ ਵੀ ਵੱਡੀ ਪ੍ਰੀਖਿਆ ਲੈ ਲਈ। ਇਹ ਹੈ ਹਰੀ ਕਾ ਮੀਤ, ਐਸਾ ਮੀਤ ਹੈ। ਉਹ ਕਰਦਾ ਅਸਲੀ ਪ੍ਰੀਤ ਸਿੱਖ ਨਾਲ। ਉਹਨੇ ਇਹ ਨਹੀਂ ਦੇਖਿਆ ਹੈਗਾ ਕਿ ਮੇਰਾ ਸਿੱਖ ਕਿੱਥੇ ਜਾ ਰਿਹਾ। ਜੇ ਦੁਨੀਆ ਦੀ ਪ੍ਰੀਤ ਹੁੰਦੀ ਨਾ, ਅਗਲਾ ਕਹਿੰਦਾ ਆਪਣੇ ਟਿੰਡੀਆਂ ਲੈਣੀਆਂ ਨੇ, ਮਰਦਾ ਮਰੇ ਆਪੀ ਭੋਗੂਗਾ। ਆਪਾਂ ਤਾਂ ਇਹ ਕਹਿ ਦਿੰਦੇ ਹਾਂ, ਕੋਈ ਆਪਣਾ ਭਤੀਜਾ ਭਤੀਜੀ ਭਾਣਜਾ ਭਾਣਜੀ ਜਾਂ ਕੋਈ ਹੋਰ ਲੱਗੇ ਨਾ, ਆਪਾਂ ਨੂੰ ਜਵਾਕ ਜਾ ਵੀ ਇਹ ਲੱਗਿਆ ਪੁੱਠੇ ਪਾਸੇ ਜਾਣ, ਆਪਾਂ ਉਹਨੂੰ ਰੋਕਦੇ ਨਹੀਂ ਹੈਗੇ। ਆਪਾਂ ਨੇ ਕੀ ਲੈਣਾ ਹੈ, ਅਗਲੇ ਦੇ ਮਾਂ-ਬਾਪ ਨਹੀਂ ਰੋਕਦੇ, ਆਪੀ ਭੋਗਣਗੇ, ਐਂ ਕਰਨਗੇ। ਪਰ ਇਹ ਹੈ ਪ੍ਰੀਤ ਗੁਰੂ ਦੀ, ਉਸ ਥਾਂ ਤੇ ਜਾ ਕੇ ਖੜੇ ਜਿੱਥੇ ਕਦੇ ਸੁਪਨੇ ਦੇ ਵਿੱਚ ਵੀ ਉਹ ਸੋਚ ਵੀ ਨਹੀਂ ਸਕਦੇ ਸੀ ਕਿ ਮੈਂ ਉਸ ਥਾਂ ਤੇ ਜਾਣਾ। ਸਾਧ ਸੰਗਤ ਜੀ, ਹੁਣ ਗੁਰੂ ਮਹਾਰਾਜ ਕੀ ਕਹਿੰਦੇ ਨੇ? ਕਹਿੰਦੇ ਜਿਹਦੀ ਪ੍ਰੀਤ ਕਰਨ ਦੇ ਨਾਲ ਹਮੇਸ਼ਾ ਸੁੱਖ ਹੁੰਦਾ। ਹੁਣ ਕਈ ਵਾਰੀ ਮੈਂ ਸੋਚਦਾ, ਜਦੋਂ ਉਹ ਰਮਾਇਣ ਪੜ੍ਹਦੇ ਆ ਨਾ, ਜਿਹੜਾ ਉਹਦਾ ਭਰਾ ਸੀ ਰਾਵਣ ਦਾ, ਕੁੰਭਕਰਨ, ਉਹ ਬਰਮਾ ਜੀ ਦੀ ਪੂਜਾ ਕਰਦਾ ਸੀ। ਬਰਮਾ ਜੀ ਨੂੰ ਉਹਨੇ ਪ੍ਰਸੰਨ ਕਰ ਲਿਆ। ਪ੍ਰਸੰਨ ਕਰਿਆ, ਬਰਮਾ ਜੀ ਨੇ ਤਿਆਰੀਆਂ ਕਰ ਲਈਆਂ ਵੀ ਕੁੰਭਕਰਨ ਨੂੰ ਜਿਹੜਾ ਹੈ ਵਰ ਦੇ ਕੇ ਆਉਣਾ। ਇੰਦਰ ਦੇ ਰਾਜੇ, ਸਵਰਗ ਦੇ ਰਾਜੇ ਇੰਦਰ ਨੂੰ ਵਕਤ ਪੈ ਗਿਆ ਬਈ ਉਹਦਾ ਇੰਦਰਾਸਣ ਮੰਗੂਗਾ। ਇੰਦਰਾਸਣ ਮੀਨਜ ਇੰਦਰ ਦਾ ਆਸਣ, ਉਹਦਾ ਇੰਦਰਾਸਣ ਮੰਗੂਗਾ। ਮੈਂ ਤਾਂ ਇੱਥੋਂ ਖਾਰਜ ਹੋ ਜਾਊਗਾ। ਮੈਂ ਪਤਾ ਨਹੀਂ ਕਿੰਨੇ ਕੁ ਸਾਲ ਦਾ ਮੰਗ ਲਿਆ ਅਗਲਾ। ਇਹਦਾ ਜਿਹੜਾ ਮੈਂ ਉਰੇ ਐਸ਼ ਕਰ ਰਿਹਾ, ਇੰਨੇ ਦੇਵਤਿਆਂ ਦੇ ਉੱਤੇ ਮੇਰਾ ਹੁਕਮ ਚੱਲਦਾ ਹੈ, ਦੇਵਤਿਆਂ ਦਾ ਮੈਂ ਰਾਜਾ, ਮੇਰਾ ਤਾਂ ਕੰਮ ਗਲਤ ਹੋ ਜੂ। ਉਹ ਭੱਜਿਆ ਗਿਆ ਸਰਸਵਤੀ ਦੇਵੀ ਕੋਲ। ਕਹਿੰਦੇ ਮਾਤਾ ਮੈਂ ਮਾਰਿਆ ਗਿਆ, ਮੈਂ ਤੇਰੀ ਸ਼ਰਨ ਚਾ, ਤੂੰ ਮੈਨੂੰ ਬਖਸ਼, ਮੇਰੀ ਰੱਖਿਆ ਕਰ। ਉਹ ਕਹਿੰਦੇ ਗੱਲ ਦੱਸ ਕੀ ਹੋਈ ਹੈ? ਉਹ ਕਹਿੰਦੇ ਗੱਲ ਤਾਂ ਇਹ ਹੈ ਵੀ ਵਰਮਾ ਜੀ ਨੇ ਸਵੇਰੇ ਕੁੰਭਕਰਨ ਨੂੰ ਵਰ ਦੇਣ ਜਾਣਾ, ਉਹਨੇ ਮੰਗਣਾ ਇੰਦਰਾਸਣ। ਮੈਂ ਤਾਂ ਹੱਥ 'ਚ ਠੂਠਾ ਫੜ ਕੇ ਮੰਗੂਗਾ। ਜੇ ਉਹ ਇੰਦਰ ਬਣ ਗਿਆ ਉਹ, ਕਿਉਂਕਿ ਇੰਦਰ ਬਾਬਾ ਜੀ ਕਹਿੰਦੇ ਇਹ ਪੋਸਟ ਦਾ ਨਾਂ ਹੈ, ਇਹ ਕਿਸੇ ਬੰਦੇ ਦਾ ਨਾਂ ਨਹੀਂ ਹੈਗਾ। ਜਿਵੇਂ ਮੁੱਖ ਮੰਤਰੀ ਇੱਕ ਪੋਸਟ ਦਾ ਨਾਂ ਹੈ, ਇਹ ਕਿਸੇ ਬੰਦੇ ਦਾ ਨਾਂ ਨਹੀਂ ਵੀ ਉਹਦਾ ਇੰਦਰ ਬਣ ਜੂਗਾ। ਕਹਿੰਦੀ ਫੇਰ ਮੈਂ ਕੀ ਕਰਾਂ ਦੱਸ? ਕਹਿੰਦੇ ਤੂੰ ਐਂ ਕਰੀ, ਬੜੀ ਸੂਖਮ ਰੂਪ 'ਚ ਜਾ ਕੇ ਜਦੋਂ ਉਹ ਇੰਦਰਾਸਣ ਮੰਗੂਗਾ ਨਾ, ਤਾਂ ਉਹਦੀ ਜੀਭ ਤੇ ਬੈਠ ਜੀ, ਤਾਂ ਉਦੋਂ ਨਿੰਦਰਾਸਣ ਕਹਾ ਦੀ। ਨੰਦਰਾਸਣ ਭਾਵ ਨੀਂਦ ਦਾ ਆਸਣ, ਈੜੀ ਦੀ ਜਗ੍ਹਾ ਤੇ ਨੰਨਾ ਕਹਾ ਦੀ। ਉਹ ਕਹਿੰਦੇ ਠੀਕ ਆ, ਓਕੇ। ਉਹੀ ਗੱਲ ਹੋਈ। ਬਰਮਾ ਜੀ ਗਏ ਆਪਣੇ ਹੰਸ ਤੇ ਬੈਠ ਕੇ, ਚਿੱਟੇ ਹੰਸ ਤੇ ਬੈਠ ਕੇ। ਇੱਧਰੋਂ ਬੀਬੀ ਵੀ ਉੱਥੇ ਪਹੁੰਚ ਗਈ ਬੜੇ ਸੂਖਮ ਰੂਪ ਦੇ ਵਿੱਚ। ਤੇ ਉਹ ਕਹਿੰਦੇ ਵੀ ਭਗਤਾ ਮੈਂ ਤੇਰੀ ਭਗਤੀ ਤੋਂ ਬੜਾ ਪ੍ਰਸੰਨ ਆ, ਤੂੰ ਮੰਗ ਕੀ ਮੰਗਦਾ? ਉਹ ਕਹਿੰਦਾ ਜੀ ਮੈਨੂੰ ਇੰਦਰਾਸਣ ਜਦੋਂ ਕਹਿਣ ਲੱਗਿਆ ਨਾ, ਉਹ ਰਸਨਾ ਤੇ ਬੈਠ ਕੇ ਉਹ ਇੰਦਰਾਸਣ ਕਹਾ ਤਾ। ਉਹ ਅੱਛਾ, ਉਹਨੇ ਇਹ ਨਹੀਂ ਕਿਹਾ ਯਾਰ ਤੈਨੂੰ ਕਿੰਨੇ ਜਨਮ ਹੋ ਗਏ, ਕਿੰਨੇ ਸਾਲ ਹੋ ਗਏ ਭਰਾਵਾ ਬੈਠੇ ਨੂੰ, ਤੂੰ ਗਲਤ ਚੀਜ਼ ਮੰਗ ਰਿਹਾ ਹੈ। ਬਸ ਉਹਨਾਂ ਨੇ ਕਹਿ ਕਰੇ ਤਥਾਸਤੂ। ਮਹਾਂ ਜੇ ਕਿਤੇ ਸਾਡੇ ਵਾਲੇ ਗੁਰੂ ਬਾਬੇ ਹੁੰਦੇ ਨੇ, ਉਹ ਕਹਿੰਦੇ ਉਹ ਤੂੰ ਗਲਤ ਮੰਗ ਰਿਹਾ ਸਿੱਖਾ, ਇਹ ਕਿੱਥੇ ਮੰਗ ਰਿਹਾ ਤੂੰ, ਇਹ ਨਾ ਮੰਗ, ਤੇਰੇ ਵਾਸਤੇ ਫਿੱਟ ਨਹੀਂ ਹੈਗੀ ਗੱਲ। ਉਹ ਕਹਿੰਦੇ ਤਥਾਸਤੂ। ਲੈ ਪੁੱਤ ਹੁਣ ਤੂੰ 6 ਮਹੀਨੇ ਸੁੱਤਾ ਰਹਿ, 6 ਮਹੀਨੇ ਜਾਗਦਾ ਰਹਿ। ਰਮਾਇਣ 'ਚ ਲਿਖਿਆ ਜਦੋਂ ਉਹਨੂੰ ਜਗਾਉਂਦੇ ਸੀ ਨਾ, ਉਹਦੀਆਂ ਨਾਸਾਂ 'ਚ ਇੱਜੜ ਵਾੜਦੇ ਹੁੰਦੇ ਸੀ ਭੇਡਾਂ ਬੱਕਰੀਆਂ ਦਾ, ਜਾਂ ਵੱਡਾ ਸਾਰਾ ਬਾਂਸ ਉਹਦੀਆਂ ਨਾਸਾਂ 'ਚ ਘੁਮਾਉਂਦੇ ਸੀ, ਉਹ ਬੰਨ੍ਹ ਕੇ ਕੱਪੜਾ ਕੁੱਤੀਆਂ ਹੁੰਦੀਆਂ ਸੀ, ਛਿੱਕ ਮਾਰਦਾ ਸੀ। ਕਹਿੰਦੇ ਫਿਰ ਉਹ ਭੇਡਾਂ ਬੱਕਰੀਆਂ ਸਮੇਤ ਐਡੀ ਦੂਰ ਭਗਾ ਕੇ ਮਾਰਦਾ ਸੀ ਛਿੱਕ ਦੇ ਨਾਲ, ਤੇ ਫਿਰ ਉਹਨੂੰ ਜਾਗ ਆਉਂਦੀ ਸੀ। ਇਹ ਰਮਾਇਣ ਦੀਆਂ ਗੱਲਾਂ ਨੇ। ਪਰ ਮੈਂ ਜਿਹੜੀ ਆਪਾਂ ਇੱਕ ਗੱਲ ਜਿੱਥੋਂ ਲੈਣੀ ਚਾਹ ਰਹੇ ਹਾਂ, ਇਹ ਗੁਰੂ ਦੀ ਪ੍ਰੀਤ ਹੀ ਹਮੇਸ਼ਾ ਸੁੱਖ ਦੇਣ ਵਾਲੀ ਹੈ। ਬਾਕੀ ਹੋਰ ਪ੍ਰੀਤਾਂ ਸਾਰੀਆਂ ਦੇ ਵਿੱਚ ਦੁੱਖ ਛੁਪਿਆ ਹੋਇਆ ਹੈ। ਮਾਇਆ ਦੀ ਪ੍ਰੀਤ ਕਰਦੇ ਹਾਂ ਆਪਾਂ, ਮਾਇਆ ਵਾਸਤੇ ਪਾਪ ਕਰਦੇ ਹਾਂ, ਪਰ ਉਹ ਇੱਕ ਕਦਮ ਵੀ ਨਾਲ ਨਹੀਂ ਚੱਲਦੀ ਹੈਗੀ। ਜਾ ਕੀ ਪ੍ਰੀਤ ਸਦਾ ਸੁਖ ਹੋਏ, ਹੇ ਮੇਰੇ ਮਨਾ, ਜਿਹਦੀ ਪ੍ਰੀਤ ਦੇ ਵਿੱਚ ਹਮੇਸ਼ਾ ਸੁੱਖ ਹੁੰਦਾ। ਨਾਨਕ ਗਾਵੈ ਗੁਰ ਮਿਲ ਸੋਏ, ਮੈਂ ਨਾਨਕ ਗੁਰੂ ਨਾਲ ਮਿਲ ਕੇ ਉਸੇ ਪਰਮਾਤਮਾ ਨੂੰ ਗਾਉਣਾ ਜਿਹਦੀ ਪ੍ਰੀਤ ਦੇ ਵਿੱਚ ਹਮੇਸ਼ਾ ਸੁੱਖ ਹੈ।
ਮਹਾਰਾਜ ਨਾਨਕ ਕੱਕੇ ਨੂੰ ਔਂਕੜ ਲੱਗੀ ਆ, ਭਾਵ ਮੈਂ ਨਾਨਕ ਫਸਟ ਪਰਸਨ ਦੇ ਵਿੱਚ ਗੱਲ ਕੀਤੀ ਹੈ ਸਤਿਗੁਰੂ ਨੇ ਕਿ ਮੈਂ ਗੁਰੂ ਨਾਲ ਮਿਲ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਉਸੇ ਪ੍ਰਮਾਤਮਾ ਦੇ ਗੁਣ ਗਾਉਣਾ। ਗੌੜੀ ਮਹਿਲਾ ਪੰਜਵਾਂ। ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸ਼ਲ ਸਮਾਨਾ। ਇਹ ਪਹਿਲਾ ਸ਼ਬਦ ਜਿਹੜਾ ਆਪਾਂ ਵਿਚਾਰਿਆ, ਇਹਦੇ ਵਿੱਚ ਪ੍ਰੀਤ ਕਰਨ ਦੀ ਆਪਾਂ ਨੂੰ ਉਪਦੇਸ਼ ਦਿੱਤਾ, ਸਿੱਖਿਆ ਦਿੱਤੀ ਹੈ, ਆਗਿਆ ਕੀਤੀ ਹੈ। ਅੱਗੇ ਹੁਣ ਉਸ ਮਿੱਤਰ ਦੇ ਕਰਤਵਾਂ ਬਾਰੇ, ਉਸ ਮਿੱਤਰ ਦੇ ਕੰਮਾਂ ਬਾਰੇ ਆਪਾਂ ਨੂੰ ਜਿਹੜਾ ਹੈ ਜਾਣਕਾਰੀ ਦਿੱਤੀ ਹੈ। ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸ਼ਲ ਸਮਾਨਾ। ਮੇਰਾ ਪਰਮਾਤਮਾ ਮਿੱਤਰ ਜੋ ਕਰਦਾ ਹੈ ਅਸੀਂ ਉਹੀ ਮੰਨਦੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਉਹੀ ਮੰਨਦਾ, ਅਸੀਂ ਤਾਂ ਮੰਨਦੇ ਨਹੀਂ ਹੈਗੇ। ਸਾਡੇ ਤਾਂ ਜੇ ਤਾਂ ਪਰਮਾਤਮਾ ਨੇ ਸਾਡੀ ਮਰਜ਼ੀ ਮੁਤਾਬਕ ਕੋਈ ਮੀਂਹ ਪਾਤਾ ਜਾਂ ਕੋਈ ਮਤਲਬ ਕੋਈ ਵੀ ਕੰਮ ਸਾਡੀ ਮਰਜ਼ੀ ਮੁਤਾਬਕ ਕਰਤਾ, ਫਿਰ ਤਾਂ ਠੀਕ ਹੈ, ਫਿਰ ਤਾਂ ਪਰਮਾਤਮਾ ਤੂੰ ਬਹੁਤ ਚੰਗਾ ਹੈ। ਜੇ ਕਿਤੇ ਮੀਂਹ ਪੈ ਗਿਆ, ਕਣਕ ਉੱਤੇ ਸੁੱਕਣੀ ਪਾਈ ਪਈ ਆ, ਕੋਈ ਆ ਕੱਛੇ ਬਣਾਉਣ ਭਿੱਜ ਗਏ, ਫਿਰ ਰੱਬ ਨੂੰ ਗਾਲਾਂ ਦੇ ਜਿੰਨਾ ਰੱਬਾ ਘੰਟਾ ਹੋਰ ਠਹਿਰ ਜਾਂਦਾ। ਆ ਸਾਡਾ ਤਾਂ ਪੀਣਾ ਹੀ ਭਿੱਜ ਗਿਆ, ਹੁਣ ਕਣਕ ਕਿੱਥੋਂ ਉਹ ਕਰਾਂ। ਫਿਰ ਅਸੀਂ ਰੱਬ ਨੂੰ ਇੰਨੀ ਕੁ ਗੱਲ ਪਿੱਛੀ, ਛੋਟੀ ਜਿਹੀ ਗੱਲ ਪਿੱਛੀ, ਮਾੜਾ ਜ਼ੁਕਾਮ ਹੋ ਗਿਆ ਕਿਤੇ ਜਵਾਕ ਨੂੰ, ਉਹਦੇ ਪਿੱਛੇ ਲੈ ਰੱਬਾ ਇਸਦਾ ਪੇਪਰ ਚੱਲਦੇ ਸੀ, ਕਿੱਥੋਂ ਜ਼ੁਕਾਮ ਹੋ ਗਿਆ ਨੂੰ। ਮਾੜੀਆਂ ਮਾੜੀਆਂ ਗੱਲਾਂ ਪਿੱਛੇ ਰੱਬ ਨਾਲ ਰੋਸਾ ਕਰੀ ਜਾਂਦੇ ਆ, ਕਿਉਂਕਿ ਗਿਲਾ ਕਰਨਾ ਸਾਡੀ ਆਦਤ ਬਣ ਗਈ। ਅਸੀਂ ਆਪਣੇ ਰਿਸ਼ਤੇਦਾਰਾਂ ਨਾਲ ਵੀ, ਸਾਡੇ ਜਿਹਨਾਂ ਉਹ 100 ਦੇ ਵਿੱਚੋਂ 98 ਕੰਮ ਕਰਦੇ ਕੋਈ ਬੰਦਾ, ਅਸੀਂ ਉਹਦਾ ਸ਼ੁਕਰਗੁਜ਼ਾਰ ਹੋਈਏ ਚਾਹੇ ਨਾ ਹੋਈਏ, ਪਰ ਜੇ 2 ਕੰਮ ਉਹ ਕਿਸੇ ਮਜਬੂਰੀ ਕਾਰਨ ਨਾ ਕਰ ਸਕੇ, ਅਸੀਂ ਉਹਦੇ ਨਾਲ ਰੁੱਸ ਜਾਂਦੇ ਹਾਂ। ਤੂੰ ਵੀ ਬੰਦਾ ਯਾਰ, ਕੋਈ ਕੀ ਆ, ਤੂੰ ਮੇਰਾ ਆਹ ਕੰਮ ਤਾਂ ਕਰਿਆ ਨਹੀਂ ਹੈਗਾ। ਬਾਬਾ ਜੀ ਦੱਸਦੇ ਨੇ, ਕਹਿੰਦੇ ਮੇਰਾ ਕੋਈ ਮਿੱਤਰ ਕਿਤੇ ਐਗਜ਼ਾਮੀਨੇਸ਼ਨ ਦੇ ਵਿੱਚ ਸੁਪਰਡੈਂਟ ਬਣ ਕੇ ਚਲਿਆ ਗਿਆ। ਇੱਕ ਹੋਰ ਮਿੱਤਰ ਦਾ ਬੇਟਾ ਸੀ ਜਿਹਦੇ 10ਵੀਂ ਚੋਂ 2-3 ਵਾਰੀ ਫੇਲ ਹੋ ਗਿਆ ਸੀ, ਕੋਈ ਉਹਦਾ ਗੋਲਡਨ ਚਾਂਸ ਮਿਲਿਆ ਸੀ ਉਹਨੂੰ। ਉਦੋਂ ਕਹਿੰਦੇ 15 ਸਬਜੈਕਟ ਹੁੰਦੇ ਸੀ 10ਵੀਂ ਦੇ। ਕਹਿੰਦੇ ਉਹਨੇ ਕਿਹਾ ਲੈ ਵੀ ਮਿੱਤਰਾ ਤੂੰ ਉੱਥੇ ਸਟੂਡੈਂਟ ਹੈ ਤੇ ਮੇਰੇ ਇਹਨੂੰ ਬੇਟੇ ਨੂੰ ਪਾਸ ਕਰਵਾ ਦੇ। ਉਹ ਕਹਿੰਦਾ ਯਾਰ ਬੇਫਿਕਰ ਰਹਿ। ਕਹਿੰਦੇ ਉਹ ਸਾਰੇ ਪੇਪਰ ਕਰਵਾਉਂਦਾ ਰਿਹਾ। ਕੁਦਰਤੀ ਕੀ ਹੋਇਆ, ਇੰਗਲਿਸ਼ ਵਾਲੇ ਪੇਪਰ ਦਿਨ ਉਹ ਕਹਿੰਦੇ ਜਿਹੜਾ ਸੈਂਟਰ ਸੀ ਪ੍ਰੀਖਿਆ ਕੇਂਦਰ ਉਹ ਬਦਨਾਮ ਹੋ ਗਿਆ। ਸਰਕਾਰ ਨੇ ਉੱਥੇ ਸਪੈਸ਼ਲ ਫਲਾਇੰਗ ਸਕਾਡ ਲਾਤੀ ਵੀ ਤੁਸੀਂ ਇਹ ਬੈਠੋ, ਇਹ ਚੈੱਕ ਕਰੋ, ਇਹ ਸੈਂਟਰ ਦੇ ਵਿੱਚ ਬੜੀ ਨਕਲ ਵੱਜ ਰਹੀ ਹੈ। ਉਹ ਉੱਥੇ ਬੈਠ ਕੇ ਹੁਣ ਉਹ ਟੀਚਰ ਨੇ ਆਪਣੀ ਵੀ ਦੇਖੋ ਨੌਕਰੀ ਪ੍ਰੋਟੈਕਟ ਕਰਨੀ ਹੈ, ਉਹਨੂੰ ਵੀ ਬਚਾ ਕੇ ਰੱਖਣਾ। ਹੁਣ ਉਹਦੇ ਉਸ ਦੀ ਕੋਈ ਮਦਦ ਨਹੀਂ ਕਰ ਸਕਿਆ। ਉਹਨੇ 14 ਪੇਪਰਾਂ ਦੀ ਇਹ ਨਹੀਂ ਕਰਿਆ ਵੀ ਸ਼ਾਬਾਸ਼ੇ ਭਾਈ ਤੂੰ ਉਹਦੀ ਮਦਦ ਕਰਤੀ। ਜਿਹੜਾ ਹੁਣ ਉਹ 'ਚ ਇੰਗਲਿਸ਼ ਵਾਲੇ ਪੇਪਰ ਦਿਨ ਨਹੀਂ ਕਰ ਸਕਿਆ ਨਾ, ਉਹਦੀ ਰੁੱਸਦਾ ਕਹਾ ਤੂੰ ਕਾਹਦਾ ਬੰਦਾ ਹੈ ਯਾਰ, ਮੇਰਾ ਵਿੱਚ ਤਾਰੀ ਪਿਆਰ ਆ ਗਈ। ਇਹ ਸਾਡਾ ਦੁਨੀਆਦਾਰਾਂ ਦਾ ਸੁਭਾਅ ਹੈ। ਮਹਾਰਾਜ ਕਹਿੰਦੇ ਹੁਣ ਜਿਹੜੇ ਇਹ ਉੱਚੀ ਆਤਮਿਕ ਅਵਸਥਾ ਤੇ ਪਹੁੰਚਦੇ ਉਹ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ। ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਮਿੱਤਰ ਪਰਮਾਤਮਾ ਜੋ ਵੀ ਕਰਦਾ ਹੈ ਉਹੀ ਮੈਂ ਮੰਨ ਲਿਆ। ਮੀਤ ਕੇ ਕਰਤਵ ਕੁਸ਼ਲ ਸਮਾਨਾ, ਜਿਹੜੇ ਮੀਤ ਦੇ ਕਰਤਵ ਨੇ, ਮੀਤ ਦੇ ਕੰਮ ਨੇ, ਉਹ ਤਾਂ ਮੇਰੇ ਲਈ ਬਹੁਤ ਖੁਸ਼ੀਦਾਇਕ ਨੇ, ਚਾਹੇ ਉਹ ਕਿੰਨੇ ਵੀ ਔਖੇ ਹੋਣ। ਦੇਖੋ ਤਤੀ ਤਵੀ ਤੇ ਬੈਠਣ ਵਾਲਾ ਕੰਮ ਕੋਈ ਛੋਟਾ ਮੋਟਾ ਨਹੀਂ ਸੀ, ਪਰ ਮਹਾਰਾਜ ਉਹਦੇ ਵੀ ਬੈਠ ਕੇ ਗਾਉਂਦੇ ਰਹੇ, ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾ ਕਮਾਂਗਾ। ਉੱਥੇ ਵੀ ਉਹਨਾਂ ਨੇ ਕੋਈ ਉਲਾਂਭਾ ਨਹੀਂ ਦਿੱਤਾ। ਉਹ ਹਾਲਾਂਕਿ ਆਪਣੀ ਬਾਣੀ 'ਚ ਕਹਿੰਦੇ ਅਲਹਾਣੋ ਮੈਂ ਕਾਹੂ ਨਾ ਦਿਓ, ਮੈਂ ਕੋਈ ਉਲਾਂਭਾ ਨਹੀਂ ਦਿੱਤਾ ਦੇਣ ਦੀ ਹੈ। ਅੱਛਾ ਉਹ ਤਾਂ ਅਸੀਂ ਹਾਂ ਜਿਹੜੇ ਲਾਂਭਿਆਂ ਦੇ ਗੱਡੇ ਭਰ ਕੇ ਦਿੰਦੇ ਹਾਂ ਰੱਬ ਨੂੰ। ਕਹਿੰਦੇ ਜੀ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਜਿਹੜੇ ਕਰਤਵ ਨੇ ਉਹ ਤਾਂ ਬੜੇ ਖੁਸ਼ੀ ਦੇਣ ਵਾਲੇ ਨੇ, ਮੈਂ ਤਾਂ ਖੁਸ਼ੀ ਖੁਸ਼ੀ ਉਹਨਾਂ ਨੂੰ ਮੰਨਦਾ। ਏਕਾ ਟੇਕ ਮੇਰਾ ਮਨ ਮੀਤ, ਜਿਸ ਕਿਛ ਕਰਨਾ ਸੋ ਹਮਰਾ ਮੀਤ। ਇੱਕੋ ਪਰਮਾਤਮਾ ਦਾ ਆਸਰਾ ਮੇਰੇ ਮਨ ਅਤੇ ਚਿੱਤ ਦੇ ਵਿੱਚ ਹੈ। ਟੇਕ ਆਸਰੇ ਨੂੰ ਕਹਿੰਦੇ ਨੇ, ਸਹਾਰੇ ਨੂੰ ਕਹਿੰਦੇ ਨੇ। ਸਾਧ ਸੰਗਤ ਜੀ ਸਹਾਰਾ ਇੱਕ ਐਸੀ ਚੀਜ਼ ਹੈ ਡਿੱਗੇ ਪਏ ਨੂੰ ਖੜਾ ਕਰ ਦਿੰਦਾ। ਬਜ਼ੁਰਗ ਬੰਦਾ ਸੋਟੀ ਦਾ ਸਹਾਰਾ ਲੈ ਕੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ। ਹੁਣ ਦੇਖੀਏ ਆਪਾਂ ਘਰਾਂ 'ਚ ਕੱਦੂ ਦੀ, ਤੋਰੀਆਂ ਦੀ ਬੇਲ ਲਾ ਲੈਂਦੇ ਹਾਂ, ਅੰਗੂਰਾਂ ਦੀ ਬੇਲ ਲਾ ਲੈਂਦੇ ਹਾਂ। ਜੇ ਬੇਲ ਨੂੰ ਆਪਾਂ ਕੋਈ ਸਹਾਰਾ ਨਾ ਦੇਈਏ ਉਹ ਧਰਤੀ ਦੇ ਉੱਤੇ ਹੀ ਪਈ ਰਹਿੰਦੀ ਹੈ। ਕਈ ਵਾਰੀ ਉਸ ਨੂੰ ਲੱਗਣ ਵਾਲੇ ਫੁੱਲ ਅਤੇ ਫਲ ਵੀ ਗੰਦੇ ਹੋ ਜਾਂਦੇ ਨੇ। ਜੇ ਉਹ ਤੋਰੀਆਂ ਦੀ ਬੇਲ ਨੂੰ ਆਪਾਂ ਕਿਸੇ ਦਰਖਤ ਦਾ ਸਹਾਰਾ ਦੇ ਦਈਏ, ਉਹ ਉਸ ਦਰਖਤ ਜਿੰਨੀ ਉਹ ਉੱਚੀ ਚਲੀ ਜਾਂਦੀ ਹੈ। ਸਫੈਦਾ ਦੇਖ ਲਓ ਕਿੰਨਾ ਉੱਚਾ ਹੁੰਦਾ, ਜੇ ਸਫੈਦੇ ਤੇ ਚੜ੍ਹਾ ਦੀ ਨਾ ਉਹ ਤੋਰੀਆਂ ਦੀ ਵੇਲ, ਉਹ ਸਫੈਦੇ ਜਿੰਨੀ ਉਹ ਉੱਚੀ ਚਲੀ ਜਾਊਗੀ, ਕਿਉਂਕਿ ਉਸ ਨੂੰ ਉਹਦਾ ਸਹਾਰਾ ਮਿਲ ਗਿਆ। ਬਿਲਕੁਲ ਉਸੇ ਤਰ੍ਹਾਂ ਸਾਡਾ ਮਨ ਵੀ ਵੇਲ ਦੀ ਨਿਆਈ ਹੈ। ਅਸੀਂ ਇਹਨੂੰ ਸਹਾਰਾ ਦਿੰਦੇ ਹਾਂ,
ਆਪਣੇ ਰਿਸ਼ਤੇਦਾਰਾਂ ਦਾ, ਆਪਣੇ ਮਾਂ-ਬਾਪ ਦਾ, ਇਹ ਉਨੀ ਕੀ ਵੱਧ ਜਾਂਦੀ ਹੈ। ਜੇ ਅਸੀਂ ਇਹਨੂੰ ਗੁਰੂ ਦਾ ਸਹਾਰਾ ਦੇ ਦਈਏ, ਗੁਰੂ ਇਹਨੂੰ ਆਪਣੇ ਜਿੰਨਾ ਹੀ ਉੱਚਾ ਲੈ ਜਾਂਦਾ। ਫਿਰ ਸਾਡੀ ਮੱਤ ਨੂੰ ਸਹਾਰੇ ਦੀ ਲੋੜ ਤਾਂ ਹੈ ਹੀ ਹੈ। ਜੇ ਅਸੀਂ ਉਹ ਵੇਲ ਵਾਂਗ, ਦੇਖੋ ਉਦਾਹਰਨਾਂ ਮਹਾਰਾਜ ਨੇ ਸਾਨੂੰ ਸਿੱਖਿਆ ਦੇਣ ਵਾਸਤੇ ਪਰਮਾਤਮਾ ਨੇ ਇਹ ਸਾਰਾ ਕੁਝ ਸੰਸਾਰ ਦੇ ਉੱਤੇ ਬਣਾਇਆ ਹੋਇਆ। ਹੁਣ ਜੇ ਕਿਤੇ ਸਫੈਦੇ ਤੋਂ ਵੀ ਕੋਈ ਉੱਚਾ ਦਰਖਤ ਹੋਵੇ, ਉਹਦਾ ਸਹਾਰਾ ਦੇ, ਉਹ ਉਸ ਤੋਂ ਵੀ ਉੱਚੀ ਚਲੀ ਜਾਏਗੀ। ਸਾਡੀ ਮੱਤ ਨੂੰ ਜੇ ਅਸੀਂ ਗੁਰੂ ਦੇ ਚਰਨਾਂ ਦਾ ਸਹਾਰਾ ਦੇਈਏ ਤਾਂ ਗੁਰੂ ਉਹਨੂੰ ਆਪਣੇ ਬਰਾਬਰ ਦਾ ਉੱਚਾ ਕਰ ਦਿੰਦਾ। ਫਿਰ ਕੀ ਹੈ, ਕਹਿੰਦੇ ਜਿੱਡਾ ਫਿਰ ਉੱਚਾ ਆਪਾਂ ਉਹਦੇ ਬਾਰੇ ਜਾਣ ਲਾਂਗੇ। ਜੇਵੜ ਉੱਚਾ ਹੋਵੇ ਕੋਈ ਤੇ ਇਸ ਉੱਚੇ ਕੋ ਜਾਣਾ ਸੋਈ, ਫਿਰ ਆਪਾਂ ਜਾਣ ਲਾਂਗੇ। ਹੁਣ ਪ੍ਰੋਬਲਮ ਸਾਡੀ ਇਹ, ਅਸੀਂ ਸਹਾਰੇ ਨੀਵਿਆਂ ਦਾ ਦਿੰਦੇ ਹਾਂ। ਮਾਂ ਦਾ ਦੇ ਲਿਆ, ਪਿਓ ਦਾ ਦੇ ਲਿਆ, ਘਰ ਵਾਲੇ ਦਾ ਦੇ ਲਿਆ, ਘਰ ਵਾਲੇ ਦਾ ਸਹਾਰਾ ਦੇ ਲਿਆ, ਬੱਚਿਆਂ ਦਾ ਦੇ ਲਿਆ। ਜਿੰਨੀ ਕੁ ਉਹਨਾਂ ਦੀ ਉਚਾਈ ਹੁੰਦੀ ਹੈ ਉੱਥੇ ਤੱਕ ਪਹੁੰਚ ਜਾਂਦੀ ਆ। ਉਦੋਂ ਬਾਅਦ ਇਹ ਫਿਰ ਟੈਂ ਫਿਸ਼ ਹੋ ਜਾਂਦੀ ਆ, ਉਦੋਂ ਗਾਹਾਂ ਚੜ੍ਹਦੀ ਨਹੀਂ, ਤਰੱਕੀ ਨਹੀਂ ਕਰਦੀ ਮੱਤ। ਹੁਣ ਗੁਰੂ ਦਾ ਸਹਾਰਾ ਦੇਣ ਦਾ ਸਾਨੂੰ ਜਾਚ ਨਹੀਂ ਹੈ। ਹੁਣ ਅਸੀਂ ਉਸੇ ਨੂੰ ਤਈਓ ਤਾਂ ਮਹਾਰਾਜ ਕਹਿੰਦੇ ਨਾ ਬਈ ਭਾਈ ਮਹਾਰਾਜ ਜਿਹੜਾ ਹੈ ਤੁਸੀਂ ਸਾਡੇ 'ਤੇ ਕਿਰਪਾ ਕਰੋ, ਤੁਸੀਂ ਉਹ ਸਾਡੇ 'ਤੇ ਰਹਿਮਤ ਕਰੋ, ਸਾਨੂੰ ਆਪਣਾ ਅੰਗ ਤੁਸੀਂ ਬਖਸ਼ੋ, ਆਪਣਾ ਸਹਾਰਾ ਤੁਸੀਂ ਬਖਸ਼ੋ। ਕਹਿੰਦੇ ਮੇਰੇ ਮਨ ਦੇ ਵਿੱਚ, ਮੇਰੇ ਚਿੱਤ ਦੇ ਵਿੱਚ ਇੱਕੋ ਪਰਮਾਤਮਾ ਦੀ ਟੇਕ ਹੈ। ਜਿਸ ਕਿਛ ਕਰਨਾ, ਕਹਿੰਦੇ ਜਿਹੜਾ ਕੋਈ ਉਹਦੇ ਵਰਗਾ ਕਰਦਾ, ਇਹੋ ਜਿਹਾ ਕਰਦਾ, ਸੋ ਹਮਰਾ ਮੀਤ, ਉਹ ਮੇਰਾ ਮਿੱਤਰ ਹੈ, ਉਹ ਮੇਰਾ ਮਿੱਤਰ ਹੈ। ਰਹਾਉ ਹੁਣ ਕਰੇ ਮਿੱਤਰ ਕਿਹਾ ਜਾਏ, ਗੁਰੂ ਮਿੱਤਰ, ਗੁਰੂ ਮੀਤ ਸਾਡਾ ਕਿਹਾ ਜਾਏ। ਮੀਤ ਹਮਾਰਾ ਵੇ ਪਰਵਾਹ, ਗੁਰ ਕਿਰਪਾ ਤੇ ਮੋਹਿ ਅਸਨਾਹਾ। ਜਿਹੜਾ ਮੇਰਾ ਪ੍ਰੀਤਮ ਹੈ, ਅਕਾਲ ਪੁਰਖ ਹੈ, ਉਹਦਾ ਵੇ ਪ੍ਰਵਾਹ ਹੈ। ਸਾਧ ਸੰਗਤ ਜੀ, ਬਾਬਾ ਜੀ ਆਪਾਂ ਨੂੰ ਨਾ ਬੜਾ ਖੋਲ ਕੇ ਦੱਸਦੇ ਨੇ। ਇੱਕ ਹੁੰਦਾ ਲਾ ਪ੍ਰਵਾਹ, ਜਿਹਨੂੰ ਆਪਾਂ ਕਿਆਰ ਲੈਸ ਕਹਿੰਦੇ ਆ। ਇੱਕ ਹੁੰਦਾ ਕਿਆਰ ਫਰੀ, ਬੇਪਰਵਾਹ। ਉਹ ਲਾਪਰਵਾਹ ਨਹੀਂ ਹੈ, ਉਹ ਬੇਪਰਵਾਹ ਹੈ। ਬੇਪਰਵਾਹ ਦਾ ਮਤਲਬ ਕੀ ਹੁੰਦਾ? ਉਹ ਕੰਮ ਕਰਦਾ ਪਰ ਚਿੰਤਾ ਨਹੀਂ ਕਰਦਾ। ਅਸੀਂ ਕੰਮ ਘੱਟ ਕਰਦੇ ਹਾਂ, ਚਿੰਤਾ ਜ਼ਿਆਦਾ ਕਰਦੇ ਹਾਂ। ਆ ਸਾਡੇ ਜਵਾਕ ਨੇ, ਇਹ ਪੜ੍ਹਦੇ ਨਹੀਂ ਹੈਗੇ। ਉਹ ਮੰਮੀ ਮੈਂ ਪਾਸ ਹੋ ਜਾਊਂਗਾ, ਉਹ ਮੰਮੀ ਮੈਨੂੰ ਆਹ ਲੈਸਨ ਨਹੀਂ ਆਉਂਦਾ। ਉਹ ਮਤਲਬ ਪੜ੍ਹਦੇ ਨਹੀਂ, ਮਿਹਨਤ ਨਹੀਂ ਕਰਦੇ, ਪਰ ਚਿੰਤਾ ਕਰਦੇ ਨੇ। ਸਾਡਾ ਕੰਮ ਕੀ ਹੈ? ਸਾਡਾ ਕੰਮ ਹੈਗਾ ਪੜ੍ਹਨਾ, ਪੜ੍ਹ ਕੇ ਪੇਪਰ ਦੇਣਾ। ਕਾਮਯਾਬੀ ਉਹ ਬਖਸ਼ਦਾ ਨਹੀਂ ਬਖਸ਼ਦਾ, ਉਹਦੀ ਪਰਵਾਹ ਨਹੀਂ ਕਰਨੀ। ਗੀਤਾ ਦਾ ਸਾਰ ਵੀ ਇਹੀ ਕਹਿੰਦਾ ਹੈ ਕਿ ਵੀ ਕਰਮ ਕਰੀ ਜਾ ਤੇ ਫਲ ਦੀ ਇੱਛਾ ਨਾ ਰੱਖ, ਕਿਉਂਕਿ ਫਲ ਤਾਂ ਉਹਦੇ ਹੱਥ 'ਚ ਹੈ। ਫਲ ਉਹਦੇ ਹੱਥ 'ਚ ਹੈ, ਫਲ ਦੀ ਇੱਛਾ ਨਹੀਂ ਰੱਖਣੀ ਹੈਗੀ। ਹੁਣ ਕਹਿੰਦੇ ਮੇਰਾ ਜਿਹੜਾ ਮਿੱਤਰ ਹੈ ਉਹ ਬੇਪਰਵਾਹ ਹੈ, ਉਹ ਸਾਰਾ ਕੁਛ ਕਰੀ ਜਾਂਦਾ, ਉਹ ਚਿੰਤਾ ਨਹੀਂ ਕਰਦਾ। ਗੁਰ ਕਿਰਪਾ ਤੇ ਮੋਹਿ ਸਨਾਹਾ, ਗੁਰੂ ਦੀ ਕਿਰਪਾ ਨਾਲ ਮੇਰਾ ਉਹਦੇ ਨਾਲ ਪੈ ਗਿਆ ਪਿਆਰ। ਹੁਣ ਅਸਨਾਹਾ ਪ੍ਰੇਮ ਪੈ ਗਿਆ ਉਹਦੇ ਨਾਲ। ਪ੍ਰੇਮ ਦੇ ਜਦੋਂ ਆਪਾਂ ਸੰਧੀ ਛੇਦ ਕਰਕੇ ਅਰਥ ਕਰਦੇ ਹਾਂ, ਪਰੇ ਮੈਂ, ਜਦੋਂ ਮੈਂ ਪਰੇ ਹੋ ਗਈ, ਪ੍ਰੇਮ ਅਸਲ ਦੇ ਵਿੱਚ ਉਦੋਂ ਸ਼ੁਰੂ ਹੁੰਦਾ। ਉਦੋਂ ਪਹਿਲਾਂ ਤਾਂ ਅਸੀਂ ਮੋਹ ਕਰਦੇ ਹਾਂ। ਪ੍ਰੇਮ ਦਾ ਮਤਲਬ ਹੀ ਹੈ ਜਦੋਂ ਮੈਂ ਦੂਰ ਹੋ ਗਈ ਫਿਰ ਹੁੰਦਾ ਪ੍ਰੇਮ, ਉੱਥੋਂ ਸ਼ੁਰੂ ਹੁੰਦਾ। ਹੁਣ ਕਹਿੰਦੇ ਗੁਰੂ ਦੀ ਕਿਰਪਾ ਨਾਲ ਮੈਨੂੰ ਉਹਦੇ ਨਾਲ ਪ੍ਰੇਮ ਪੈ ਗਿਆ, ਕਿਉਂਕਿ ਸਾਧ ਸੰਗਤ ਜੀ ਗੁਰੂ ਇੱਕ ਐਸਾ ਕੜੀ ਹੈ ਪਰਮਾਤਮਾ ਤੇ ਜੀਵ ਦੇ ਵਿਚਾਲੇ, ਇੱਕ ਐਸਾ ਪੁਲ ਹੈ। ਗੁਰੂ ਦੇ ਰਾਹੀਂ ਹੀ ਜੀਵ ਦੂਸਰੇ ਪਾਰ ਜਾ ਕੇ ਆਪਣੇ ਪ੍ਰੀਤਮ ਪਰਮਾਤਮਾ ਨੂੰ ਮਿਲਦਾ। ਮੀਤ ਹਮਾਰਾ ਅੰਤਰਜਾਮੀ, ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ। ਉਹ ਪਰਮਾਤਮਾ ਮਿੱਤਰ ਮੇਰਾ ਸਾਰੇ ਦਿਲਾਂ ਦੀਆਂ ਜਾਣਨ ਵਾਲਾ ਹੈ। ਮੈਨੂੰ ਕਿਸ ਚੀਜ਼ ਦੀ ਲੋੜ ਹੈ ਉਹਨੂੰ ਪਹਿਲਾਂ ਹੀ ਪਤਾ। ਮੈਨੂੰ ਕਿਹੜੀ ਚੀਜ਼ ਦੀ ਕਦੋਂ ਲੋੜ ਹੈ ਉਹਦਾ ਉਹਨੂੰ ਪਹਿਲਾਂ ਹੀ ਪਤਾ। ਕਹਿੰਦੇ ਉਹ ਦਿਲਾਂ ਦੀਆਂ ਜਾਣਨ ਵਾਲਾ ਹੈ, ਉਹ ਸਮਰੱਥ ਹੈ, ਉਹ ਕੁਛ ਵੀ ਕਰਨ ਦੇ ਸਮਰੱਥ ਹੈ। ਆਪਾਂ ਤਾਂ ਨਾ ਕਈ ਵਾਰੀ ਜਵਾਕ ਆਪਾਂ ਤੋਂ ਕੋਈ ਚੀਜ਼ ਮੰਗਦੇ ਨੇ, ਸਾਡੀ ਪਹੁੰਚ ਤੋਂ ਪਰੇ ਦੀ ਹੁੰਦੀ, ਆਪਾਂ ਕਹਿੰਦੇ ਨਹੀਂ ਬੇਟਾ ਇੰਨੇ ਪੈਸੇ ਨਹੀਂ ਹੈਗੇ ਮੇਰੇ ਕੋਲੇ, ਮੇਰੇ ਇੰਨੀ ਫਲਾਣੀ ਥਾਂ ਤੋਂ ਆਪਣੇ ਕੋਲੇ ਇੰਨੇ ਪੈਸੇ ਆਉਣਗੇ, ਏਰੀਅਰ ਮਿਲੂਗਾ ਜਾਂ ਫਲਾਣਾ ਕਰੂਗਾ, ਮੈਂ ਤੈਨੂੰ ਫੇਰ ਇਹ ਲੈ ਕੇ ਦੇ ਸਕਦਾ। ਪਰਮਾਤਮਾ ਤਾਂ ਸਮਰੱਥ ਹੈ, ਉਹ ਤਾਂ ਕੁਛ ਵੀ ਕਰ ਸਕਦਾ। ਉਹ ਤਾਂ ਲੈ ਦੇਖੋ ਹੁਣ ਸਾਇੰਸ ਵੀ ਫੇਲ ਹੁੰਦੀ ਆ। ਰੀਠਾ ਕਿੰਨਾ ਕੌੜਾ ਹੁੰਦਾ। ਛੋਟੇ ਹੁੰਦੇ ਨਾ ਮਾਂ ਕਿਤੇ ਕੇਸੀ ਨਿਭਾਉਂਦੀ ਹੁੰਦੀ ਸੀ ਸਾਨੂੰ ਛੋਟੇ ਹੁੰਦਿਆਂ ਨੂੰ ਫੜ ਕੇ। ਉਹ ਕਿਤੇ ਜੇ ਰੀਠੇ ਦਾ ਪਾਣੀ ਜਾ ਕਿਤੇ ਮੂੰਹ ਨੂੰ ਲੱਗ ਜਾਂਦਾ ਸੀ ਨਾ, ਮਤਲਬ ਘੰਟਾ ਭਰ ਮੂੰਹ ਚੋਂ ਕੜੱਤਣ ਨਹੀਂ ਜਾਂਦੀ ਸੀ। ਰੀਠਿਆਂ ਨਾਲ ਪਹਿਲਾਂ ਉਹ ਰੀਠਿਆਂ ਦੀਆਂ ਸਾਬਣਾਂ ਬਣਾ ਕੇ ਕੱਪੜੇ ਧੋਂਦੀਆਂ ਹੁੰਦੀਆਂ ਸੀ ਮਾਈਆਂ, ਘਰਾਂ 'ਚ ਕੱਪੜੇ ਸਾਬਣਾਂ ਬਣਾਉਂਦੀਆਂ ਹੁੰਦੀਆਂ ਸੀ ਰੀਠਿਆਂ ਨਾਲ। ਉਹ ਕੇਸੀ ਵੀ ਨਿਭਾਉਂਦੇ ਸੀ ਸਾਡੇ ਵਰਗਿਆਂ ਨੂੰ ਫੜ ਕੇ।
ਉਹ ਇੰਨਾ ਕੌੜਾ ਹੁੰਦਾ ਸੀ ਕਿ ਜੇ ਮਾੜਾ ਕਿਤੇ ਉਹਦੇ 2 ਬੂੰਦਾਂ ਮੂੰਹ 'ਚ ਪੈ ਗਈਆਂ ਐਂ ਲੱਗਦਾ ਵੀ ਆ ਕਿੰਨਾ ਚਿਰ ਕੌੜਾ ਮੂੰਹ ਰਹਿੰਦਾ ਸੀ। ਹੁਣ ਦੇਖੋ ਰੀਠੇ ਦੇ ਹੇਠਾਂ ਬੈਠੇ ਨੇ, ਬਸ ਕਿਤੇ ਅੱਖ ਭਰ ਕੇ ਤੱਕੇ ਨੇ, ਉਹ ਰੀਠਾ ਜੁਗਾਂ ਜਗੰਤਰਾਂ ਤੱਕ ਮਿੱਠਾ ਹੋ ਗਿਆ। ਠੱਗ ਹੈ ਸੱਜਣ ਠੱਗ। ਸਾਡਾ ਸਿੱਕ ਜਵਾਕ ਵਿਗੜ ਜੇ ਨਾ, ਸਾਥੋਂ ਉਹੀ ਨਹੀਂ ਠੀਕ ਹੁੰਦਾ। ਸੱਜਣ ਠੱਗ ਹੈ, ਗਏ ਨੇ ਐਸੀ ਮਿਹਰ ਭਰੀ ਨਜ਼ਰ ਕਰੀ, ਸੰਤ ਮਹਾਤਮਾ ਬ੍ਰਹਮ ਗਿਆਨੀ ਬਣਾ ਕੇ ਆ ਗਏ। ਉਹਨੂੰ ਕਿਆ ਕਮਾਲ ਹੈ। ਉਹ ਕੁਛ ਵੀ ਕਰਨ ਦੇ ਸਮਰੱਥ ਹੈ, ਕੁਛ ਵੀ ਕਰ ਸਕਦਾ ਹੈ। ਪੁਰਖ ਹੈ, ਸਾਰੀਆਂ ਥਾਵਾਂ ਤੇ ਪਰਿਪੂਰਨ ਹੈ। ਇਹ ਨਹੀਂ ਕਿ ਉਹਨੂੰ ਮਿਲਣ ਵਾਸਤੇ ਜੀ ਸਾਨੂੰ ਫਲਾਣੀ ਥਾਂ ਤੇ ਜਾਣਾ ਪਊਗਾ। ਉਹ ਤਾਂ ਅਸੀਂ ਹਜ਼ੂਰ ਸਾਹਿਬ ਪਟਨਾ ਸਾਹਿਬ ਸਾਡੇ ਗੁਰਧਾਮਾਂ ਦੇ ਯਾਤਰਾ ਦਰਸ਼ਨਾਂ ਕਰਨ ਵਾਸਤੇ ਜਾਂਦੇ ਹਾਂ। ਇਹ ਨਹੀਂ ਕਿ ਪਰਮਾਤਮਾ ਉਰੇ ਨਹੀਂ ਹੈ। ਉਹ ਤਾਂ ਬਾਬਾ ਨਾਮਦੇਵ ਕਹਿੰਦੇ ਨੇ ਊਹਾਂ ਤਉ ਜਾਈਏ ਜੋ ਈਹਾਂ ਨਾ ਹੋ। ਉਹ ਤਾਂ ਸਾਰੀਆਂ ਥਾਵਾਂ ਤੇ ਪਰਿਪੂਰਨ ਹੈ। ਅਸੀਂ ਤਾਂ ਉਸ ਭਾਗਾਂ ਭਰੀ ਮਿੱਟੀ ਨੂੰ ਮੱਥੇ ਤੇ ਲਾ ਕੇ ਲਾਉਣ ਵਾਸਤੇ ਜਾਂਦੇ ਹਾਂ ਕਿ ਜਿੱਥੇ ਮੇਰਾ ਸਤਿਗੁਰੂ ਬੈਠਾ ਹੈ। ਇਹ ਧਰਤੀਏ ਤੂੰ ਕਿੰਨੇ ਭਾਗਾਂ ਵਾਲੀ ਹੈ। ਕਈ ਵਾਰੀ ਮੈਂ ਬੈਠਾ ਸੋਚਦਾ, ਇਹ ਗੰਗਾ ਮਾਤਾ ਤੂੰ ਕਿੰਨੀ ਭਾਗਾਂ ਵਾਲੀ ਹੈ। ਤੇਰੇ ਕਿਨਾਰੇ ਤੇ ਮੇਰੇ ਗਰੀਬ ਨਵਾਜ਼ ਸਤਿਗੁਰੂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ। ਪਟਨੇ ਦੇ ਕੋਲ ਦੀ ਗੰਗਾ ਜਾਂਦੀ ਹੈ ਨਾ। ਫਿਰ ਹੇ ਸਤਲੁਜ, ਤੂੰ ਕਿੰਨਾ ਭਾਗਾਂ ਵਾਲਾ ਹੈ। ਤੇਰਾ ਕਿਨਾਰਾ ਮੇਰੇ ਸਤਿਗੁਰੂ ਦੀ ਕਰਮ ਭੂਮੀ ਰਿਹਾ। ਮੇਰੇ ਸਤਿਗੁਰੂ ਨੇ ਤੇਰੇ ਕਿਨਾਰੇ ਤੇ ਸਿੱਖਿਆ ਲਈ ਹੈ। ਤੇਰੇ ਕਿਨਾਰੇ ਤੇ ਬੈਠ ਕੇ ਉਹਦੇ ਸਿੱਖਾਂ ਬੇਅੰਤ ਸਿੱਖਾਂ ਨੇ ਉਹਦੇ ਚਰਨ ਨਾਲ ਸੰਬੰਧੀ ਜੋੜੀ ਹੈ। ਮੇਰੇ ਸਤਿਗੁਰੂ ਨੇ ਸ਼ਸਤਰ ਵਿਦਿਆ ਅਸਤਰ ਵਿਦਿਆ ਸਾਰੀ ਸਤਲੁਜ ਦੇ ਕਿਨਾਰੇ ਸਿੱਖੀ ਹੈ ਤੇ ਸਿਖਾਈ ਹੈ। ਉਹ ਤਾਂ ਸਿੱਖੀ ਸਿਖਾਏ ਹੁੰਦੇ ਨੇ। ਉਹ ਸਰੀਰ ਦੀ ਮਰਿਆਦਾ ਨੂੰ ਪਾਲਣ ਵਾਸਤੇ ਇੱਕ ਇੱਦਾਂ ਦਾ ਉਹਨਾਂ ਨੂੰ ਕਰਨਾ ਪੈਂਦਾ। ਤੇਰੇ ਕਿਨਾਰੇ ਤੇ ਸਤਲੁਜ ਬੈਠ ਕੇ ਮੇਰੇ ਸਤਿਗੁਰੂ ਨੇ ਕਿੰਨੀ ਬਾਣੀ ਰਚੀ ਹੈ। ਇਹ ਜਮਨਾ ਤੂੰ ਭਾਗਾਂ ਵਾਲੀਆਂ। ਤੇਰੇ ਕਿਨਾਰੇ ਤੇ ਮੇਰੇ ਸਤਿਗੁਰੂ ਨੇ ਪੌਂਟਾ ਸਾਹਿਬ ਵਸਾਇਆ। ਤੇਰੇ ਕਿਨਾਰੇ ਤੇ ਬੈਠ ਕੇ 52 ਕਵੀ ਮੇਰੇ ਸਤਿਗੁਰੂ ਦੀ ਉਪਾਸ਼ਨਾ ਕਰਦੇ ਹੁੰਦੇ ਸੀ, ਉਪਮਾ ਕਰਦੇ ਹੁੰਦੇ ਸੀ। ਇਹ ਗੋਦਾਵਰੀ ਤੂੰ ਕਿੰਨੇ ਭਾਗਾਂ ਵਾਲੀਆਂ। ਤੇਰੇ ਕਿਨਾਰੇ ਤੇ ਮੇਰੇ ਸਤਿਗੁਰੂ ਨੇ ਸੱਚਖੰਡ ਨੂੰ ਵਿਦਾਇਗੀ ਲਈ ਹੈ ਜਾਣ ਵਾਸਤੇ। ਕਿੰਨੇ ਭਾਗਾਂ ਵਾਲੀਆਂ। ਹੇ ਮਾਰੂਥਲ ਦੇ ਟਿੱਬਿਓ, ਦਮਦਮਾ ਸਾਹਿਬ ਦੇ ਹੋ, ਤਲਵੰਡੀ ਕੀ ਕਾਸ਼ੀ ਦੇ ਟਿੱਬਿਓ, ਕਿੰਨੇ ਭਾਗਾਂ ਵਾਲੇ ਹੋ ਤੁਸੀਂ। ਮੇਰੇ ਸਤਿਗੁਰੂ ਨੇ ਕਰੀਰਾਂ ਜੰਡਾਂ ਦੇ ਕੰਡਿਆਂ ਨੂੰ ਚੀਰਦਿਆਂ ਹੋਇਆਂ ਤੈਨੂੰ ਭਾਗ ਲਾਏ ਨੇ, ਤੈਨੂੰ ਪੂਜਨੀਕ ਬਣਾਤਾ। ਪਹਿਲਾਂ ਧਾਰਨਾ ਪੜ੍ਹਦੇ ਹੁੰਦੇ ਸੀ ਮਹਾਤਮਾ, ਜਿੱਥੇ ਬੈਠ ਗਏ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ। ਸਾਧ ਸੰਗਤ ਜੀ, ਉਹ ਕੁਛ ਵੀ ਕਰਨ ਦੇ ਸਮਰੱਥਾ ਪਰਿਪੂਰਨ ਹੈ। ਇੱਥੇ ਵੀ ਯਾਦ ਕਰਦੇ ਹਾਂ, ਕਿਤੇ ਵੀ ਯਾਦ ਕਰਗੇ ਉੱਥੇ ਪ੍ਰਗਟ ਹੋ ਜਾਣਾ ਉਹਨੇ। ਪਾਰ ਬ੍ਰਹਮ, ਉਹ ਬ੍ਰਹਮਾ ਤੋਂ ਵੀ ਪਰੇ ਸੁਆਮੀ, ਉਹ ਮਾਲਕ ਹੈ ਸਭ ਦਾ। ਉਹ ਸਾਡਾ ਮਿੱਤਰ ਹੈ। ਹਮ ਦਾਸੇ ਤੁਮ ਠਾਕੁਰ ਮੇਰੇ। हे परमात्मा जी, तुसी मेरे मालिक हो, तुसी मेरे ठाकुर हो। मैं तो तेरा दास हाँ, मैं तो तेरा एक छोटा जा नौकर हाँ तेरा। मान महत नानक प्रभ तेरे। हे मेरे परमात्मा, तेरे ते मान है, तेरी वडियाई है। गुरु नानक देव 5वें गुरु नानक महाराज कहते ने तेरा ही मान है, क्योंकि कहो नानक साहब तेरी वडियाई कोई नाओ ना जाना है मेरा। जे कोई कितों मैनू मान मिल रहा है, मैनू आदर मिल रहा है, ये तेरा मिल रहा है। ये मेरे परमात्मा जी, तेरा मान तेरी वडियाई बहुत वड्डी है। महत्व ने वड्डा तेरी बहुत वड्डी है, तेरा मान बहुत वड्डा है। मान करो तो उपरे मेरे प्रीतम प्यारे। हुण देखो छोटा जिहा बच्चा है, वो किते उच्ची थां ते चढ़िया होया, ਉਹਨੂੰ पता है मेरा बाप आ गया। साध संगत जी, ਉਹਨੇ ना आ देखनी ना ता देखनी, ਉਹਨੂੰ पता है मेरा बाप आ गया, ਉਹਨੇ ना मैनू डिग्गण नहीं देना। ਉਹਨੇ बिना सोचे समझे छाले मार देने बापू के मोढियां ते। फिर बापू नूं बचाउंदा ना। मैं सोचना धन है बच्चिया, तैनूं तेरे बाप ते किन्ना माण है। एक मैं हाँ जिन्हों अपने बाप ते वो सारियां सर्व कला समर्थ होंदियां होया फिर भी माण नहीं करदे, उत्ते भरोसा ही नहीं करदे, अपनी बुद्धि ते भरोसा करदा। लै ऐ किवें हो जू यार, ऐ किवें हो जूगा? ਉਹ नहीं भाई हो जूगा जे वो चाहे। सतगुर मेरा मार जवाले, सतगुर मेरा सर परत पाले, सतगुर मेरे की वडियाई प्रगट भई है सबनी थाई। वो तो कुछ भी कर सकता है। ਉਹਦੇ ਬਾਰੇ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਉਹ ਕੀ ਨਹੀਂ ਕਰ ਸਕਦਾ। ਬਸ ਸਤਿਗੁਰੂ ਕਹਿੰਦੇ हे परमात्मा तेरी वडियाई बहुत वड्डिया है। अगे कहें गौड़ी महला पंजवां, जा कहो तुम भय समरथ अंगा, ता कहो कछ नाही का लंगा।
हे परमात्मा जी, हे मेरे ਸਮਰੱਥ परमात्मा, ਜਿਹਦਾ ਤੂੰ ਅੰਗੀਕਾਰ ਕਰਦਾ ਹੈ, ਜਿਹਦਾ ਤੂੰ ਅੰਗ ਪਾੜਦਾ ਹੈ। ਚੌਥੇ ਪਾਤਸ਼ਾਹ ਵੀ ਨਹੀਂ ਕਿਹਾ ਨਾ ਕਿ ਹਰ ਰਾਖੋ ਅੰਗੀ ਅੰਗ। हे ਅੰਗ ਪਾਲਣ ਵਾਲੇ परमात्मा, ਜਿਹਦੇ ਤੂੰ ਸਾਈਡ ਲੈ ਲੈਣਾ, ਜਿਹਦੇ ਤੂੰ ਪੱਖ 'ਚ ਹੋ ਜਾਣਾ ਨਾ, ਤਾਂ ਕਉ ਕਛ ਨਾਹੀ ਕਾ ਲੰਗਾ। ਉਹਨੂੰ ਦਾ ਕੋਈ ਕਾਲਸੇ ਨਹੀਂ ਹੈਗੀ, ਉਹਦਾ ਕੋਈ ਦਾਗ ਹੀ ਨਹੀਂ ਲੱਗਦਾ, ਉਹਦਾ ਕੋਈ ਕਲੇਸ਼ ਹੀ ਨਹੀਂ ਪੈਂਦਾ, ਕਿਉਂਕਿ ਜਿਹਦੇ ਵੱਲ ਤੂੰ ਹੋ ਗਿਆ ਉਹ ਤਾਂ ਹਾਰਦਾ ਹੀ ਨਹੀਂ ਕਦੇ। ਸਾਧ ਸੰਗਤ ਜੀ, ਉਹਨੂੰ ਆਪਣੇ ਪੱਖ 'ਚ ਕਿਵੇਂ ਕਰਨਾ ਹੈ? ਦੇਖੋ ਪੰਚਮ ਪਾਤਸ਼ਾਹ ਇੱਕ ਥਾਂ ਤੇ ਲਿਖਦੇ ਨੇ, ਨਾ ਤੂੰ ਆਵੈਂ ਵਸ ਬਹੁਤ ਘਣਾਵੈਂ, ਨਾ ਤੂੰ ਆਵੈਂ ਵਸ ਵੇਦ ਪੜ੍ਹਾਵੈਂ, ਨਾ ਤੂੰ ਆਵੈਂ ਵਸ ਤੀਰਥ ਨਹਾਈਐ, ਨਾ ਤੂੰ ਆਵੈਂ ਵਸ ਧਰਤੀ ਧਾਈਐ, ਨਾ ਤੂੰ ਆਵੈਂ ਵਸ ਕਿਤੈ ਸਿਆਣਪੈ, ਨਾ ਤੂੰ ਆਵੈਂ ਵਸ ਬਹੁਤਾ ਦਾਨ ਦੇ, ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਮਹਾਰਾਜ ਸਾਰਾ ਕੁਝ ਤੇਰੇ ਵੱਸ 'ਚ ਹੈ, ਚੰਦ ਸੂਰਜ, ਇਹ ਸਾਗਰਾਂ ਦੇ ਜਵਾਰ ਭਾਟੇ, ਇਹ ਪਰਬਤਾਂ ਦੀ ਹੱਲ ਚੱਲ, ਇਹ ਧਰਤੀ ਦੇ ਅੰਦਰੋਂ ਜਵਾਲਾਮੁਖੀ, ਜੋ ਵੀ ਹੈ, ਜੋ ਸਾਡੀ ਚੇਤੇ 'ਚ ਹੈ ਉਹ ਵੀ, ਜੋ ਸਾਡੇ ਚੇਤੇ 'ਚ ਨਹੀਂ, ਜੋ ਸਾਡੇ ਗਿਆਨ 'ਚ ਹੈ ਉਹ ਵੀ, ਜੋ ਸਾਡੇ ਗਿਆਨ ਤੋਂ ਬਾਹਰ ਦੀਆਂ ਚੀਜ਼ਾਂ ਨੇ ਉਹ ਵੀ ਤੇਰੇ ਵੱਸ 'ਚ ਨੇ ਮਹਾਰਾਜ। ਪਰ ਤੂੰ ਭਗਤਾਂ ਦੇ ਵੱਸ 'ਚ ਹੈ, ਭਗਤਾਂ ਨੂੰ ਤੇਰਾ ਤਾਣ ਹੈ, ਤੇਰਾ ਮਾਣ ਹੈ, ਤੂੰ ਭਗਤਾਂ ਦੇ ਵੱਸ 'ਚ ਹੈ। ਹੁਣ ਬਸ ਇਹ ਹੈ, ਉਹਨੂੰ ਬਸ ਕਿਹਦੇ ਨਾਲ ਕੀਤਾ ਜਾ ਸਕਦਾ? ਪ੍ਰੇਮ ਨਾਲ। ਉਹ ਪ੍ਰੇਮ ਦੀਆਂ ਡੋਰਾਂ ਦੇ ਨਾਲ ਕਾਬੂ ਆਉਂਦਾ, ਉਹ ਕਿਸੇ ਬੁੱਧੀ ਨਾਲ ਕਿਤੇ ਸਿਆਣਪੈ, ਆਪਾਂ ਪੜ੍ਹਿਆ ਨਾ ਤੂੰ ਆਵੇਂ ਵਸ ਕਿਤੇ ਸਿਆਣਪੈ, ਉਹ ਬੁੱਧੀ ਦੇ ਬਲ ਨਾਲ ਵਸ 'ਚ ਨਹੀਂ ਕੀਤਾ ਜਾ ਸਕਦਾ, ਕੋਈ ਪੁੰਨ ਦਾਨ ਕਰਕੇ ਵਸ 'ਚ ਨਹੀਂ ਕੀਤਾ ਜਾ ਸਕਦਾ, ਬਹੁਤ ਸਾਰੀਆਂ ਲੰਬੀਆਂ ਲੰਬੀਆਂ ਯਾਤਰਾਵਾਂ ਕਰਕੇ ਉਹਨੂੰ ਵਸ 'ਚ ਨਹੀਂ ਕੀਤਾ ਜਾ ਸਕਦਾ। ਪ੍ਰੇਮ ਸਾਧ ਸੰਗਤ ਜੀ ਕਿਵੇਂ ਹੁੰਦਾ? ਪ੍ਰੇਮ ਉਹਦੀ ਗੱਲ ਮੰਨ ਕੇ, ਜੇ ਉਹਨੇ ਕਹਿਤਾ ਸੱਜਣਾ ਅੱਜ ਤੋਂ ਬਾਅਦ ਤੂੰ ਰਿਸ਼ਵਤ ਨਹੀਂ ਲੈਣੀ, ਫਿਰ ਨਹੀਂ ਲੈਣੀ, ਚਾਹੇ ਟੱਬਰ ਭੁੱਖਾ ਮਰਦਾ ਮਰੇ, ਨਹੀਂ ਮਰਦਾ ਨਾ ਮਰੇ। ਜੇ ਉਹਨੇ ਕਹਤਾ ਸੱਜਣਾ ਅੱਜ ਤੋਂ ਬਾਅਦ ਤੂੰ ਨਾਈ ਦੀ ਦੁਕਾਨ ਤੇ, ਬਿਊਟੀ ਪਾਰਲਰ ਤੇ ਨਹੀਂ ਜਾਣਾ, ਘਰ ਦਾ ਕੋਈ ਰੁੱਸਦਾ ਰੁੱਸੇ, ਨਹੀਂ ਰੁੱਸਦਾ ਨਾ ਰੁੱਸੇ, ਮੈਂ ਤਾਂ ਮੇਰੇ ਪ੍ਰੀਤਮ ਨੂੰ ਮਨਾਉਣਾ। ਰੁੱਸਦਾ ਘਰ ਵਾਲਾ ਰੁੱਸੀ, ਉਹ ਘਰੋਂ ਤਾਂ ਕੱਢਣੋਂ ਰਿਹਾ, ਮੈਂ ਨਹੀਂ ਬਿਊਟੀ ਪਾਰਲਰ ਜਾਣਾ ਅੱਜ ਤੋਂ ਬਾਅਦ, ਮੈਂ ਨਹੀਂ ਦਾੜੀ ਕਾਲੀ ਕਰਨੀ, ਹੁਣ ਘਰ ਵਾਲੀ ਤਾਂ ਛੱਡ ਕੇ ਤਾਂ ਜਾਣੋ ਰਹੀ ਵੀ ਹਾਂ ਜੀ ਮੈਂ ਤਾਂ ਚੱਲੀ ਹਾਂ। ਸਾਧ ਸੰਗਤ ਜੀ, ਉਹਨੂੰ ਵਸ 'ਚ ਕਰਨ ਵਾਸਤੇ ਪ੍ਰੇਮ ਦੀ ਕੁਰਬਾਨੀ ਮੰਗਦਾ, ਕਿਉਂਕਿ ਪ੍ਰੇਮ ਹਮੇਸ਼ਾ ਕੁਰਬਾਨੀ ਮੰਗਦਾ। ਕੱਚਿਆਂ ਤੇ ਤਰਨਾ ਪੈਂਦਾ ਪ੍ਰੇਮ ਕਰਨ ਵਾਲਿਆਂ ਨੂੰ, ਮਾਰੂ ਥਲਾਂ 'ਚ ਸੜਨਾ ਪੈਂਦਾ ਪ੍ਰੇਮ ਕਰਨ ਵਾਲਿਆਂ ਨੂੰ। ਇਹ ਨਹੀਂ ਵੀ ਰਜਾਈਆਂ 'ਚ ਬੈਠ ਕੇ ਪ੍ਰੇਮ ਹੋ ਜਾਊਗਾ, ਇਹ ਨਹੀਂ ਹੈ ਵੀ ਏਸੀਆਂ 'ਚ ਬੈਠ ਕੇ ਪ੍ਰੇਮ ਹੋ ਜਾਊਗਾ। ਨੀਂਦਰਾਂ ਗਾਲਣੀਆਂ ਪੈਂਦੀਆਂ ਨੇ ਪ੍ਰੇਮ ਕਰਨ ਵਾਲਿਆਂ ਨੂੰ, ਭੁੱਖਾਂ ਝੱਲਣੀਆਂ ਪੈਂਦੀਆਂ ਨੇ ਪ੍ਰੇਮ ਕਰਨ ਵਾਲਿਆਂ ਨੂੰ, ਲੋਕਾਂ ਦੀ ਬਦਨਾਮੀ ਝੱਲਣੀ ਪੈਂਦੀ ਹੈ ਪ੍ਰੇਮ ਕਰਨ ਵਾਲਿਆਂ ਨੂੰ, ਪਾਗਲ ਕਹਾਉਣਾ ਪੈਂਦਾ, ਮੂਰਖ ਕਹਾਉਣਾ ਪੈਂਦਾ ਪ੍ਰੇਮ ਕਰਨ ਵਾਲਿਆਂ ਨੂੰ। ਜੇ ਆਪਾਂ ਇੰਨਾ ਕੁਛ ਸਾਧ ਸੰਗਤ ਜੀ, ਇਹ ਨਾ ਜਦੋਂ ਤੁਹਾਡੀ ਆਤਮਿਕ ਅਵਸਥਾ ਉੱਚੀ ਹੋਏਗੀ, ਉਹਦੀ ਪਹਿਲੀ ਨਿਸ਼ਾਨੀ ਇਹ ਹੈ ਕਿ ਤੁਹਾਨੂੰ ਘਰ ਦੇ ਨਾ ਪਾਗਲ ਸਮਝਣ ਲੱਗ ਜਾਣਗੇ, ਇਹ ਤਾਂ ਮੂਰਖ ਹੈ, ਇਹਨੂੰ ਕੀ ਪਤਾ ਅੱਧੀ ਰਾਤ ਤੇ ਤੁਰਿਆ ਫਿਰਦਾ, ਸਾਰੀ ਰਾਤ ਤੇ ਤੁਰਿਆ ਫਿਰਦਾ ਉੱਡੂਗਾ ਵਾਂਗੂ, ਐਵੇਂ ਰੋਈ ਜਾਂਦਾ, ਗੁਰਦੁਆਰੇ ਜਾ ਕੇ ਰੋਈ ਜਾਂਦਾ, ਕਮਾਲ ਦੀ ਗੱਲ ਹੈ ਯਾਰ, ਉਰੇ ਤਾਂ ਹੱਸਣਾ, ਇਹ ਤਾਂ ਮੂਰਖ ਹੈ, ਪਾਗਲ ਹੈ। ਜਦੋਂ ਤੁਹਾਨੂੰ ਪਾਗਲ ਕਹਿਣ ਲੱਗੇ ਨਾ ਘਰ ਦੇ, ਇਟ ਮੀਨ ਜੇ ਤੁਸੀਂ ਪਹਿਲੀ ਪੌੜੀ ਤੇ ਸਟੈਪ ਰੱਖ ਲਿਆ। ਜਦੋਂ ਤੁਹਾਡੇ ਰਿਸ਼ਤੇਦਾਰ, ਤੁਹਾਡੇ ਸੰਗੀ ਸਾਥੀ ਤੁਹਾਨੂੰ ਨਫ਼ਰਤ ਲੱਗੇ ਕਰਨ, ਈਰਖਾ ਕਰਨ ਲੱਗੇ, ਇਹਦਾ ਮਤਲਬ ਤੁਸੀਂ ਦੂਸਰੀ ਪੌੜੀ ਦੇ ਉੱਤੇ ਸਟੈਪ ਰੱਖ ਲਿਆ। ਜਦੋਂ ਤੁਹਾਨੂੰ ਨੁਕਸਾਨ ਪਹੁੰਚਾਉਣ ਦੀਆਂ ਤਜਵੀਜ਼ਾਂ ਸੋਚਣ ਲੱਗ ਗਏ, ਇਹ ਤਾਂ ਮੂਰਖ ਹੈ, ਪਾਗਲ ਹੈ, ਇਹਨੂੰ ਚਲੋ ਉੱਥੇ ਛੱਡ ਕੇ ਆਈਏ ਫਲਾਣਾ ਤੇ, ਇਟ ਮੀਨ ਜੀ ਤੁਸੀਂ ਤੀਜੀ ਪੌੜੀ ਤੇ ਸਟੈਪ ਰੱਖ ਲਿਆ। ਇਹ ਪਹਿਚਾਣ ਹੈ। ਜਿੰਨੀ ਦੇਰ ਸਾਨੂੰ ਸਿਆਣਾ ਕਹਿੰਦੀ ਹੈ ਦੁਨੀਆ, ਉਨੀ ਦੇਰ ਅਸੀਂ ਰੱਬ ਦੇ ਮਾਰਗ ਤੇ ਅਜੇ ਨਹੀਂ ਚੱਲੇ, ਉਨੀ ਦੇਰ ਨਹੀਂ ਚੱਲੇ। ਪ੍ਰੇਮ ਵਾਲਿਆਂ ਨੂੰ ਤਾਂ ਆਪਣੀ ਬੁੱਧੀ ਦਾ ਲੜ ਛੱਡਣਾ ਪੈਂਦਾ, ਉਹਦਾ ਪੱਲਾ ਪਕੜਨਾ ਪੈਂਦਾ। ਗਰੀਬ ਨਵਾਜ਼ ਸਤਿਗੁਰੂ ਕਹਿੰਦੇ ਉਹਨੂੰ ਤਾਂ ਕੋਈ ਫਿਰ ਕਾਲਸੇ ਨਹੀਂ ਹੈਗੀ। ਮਾਧਵ ਜਾ ਕਾ ਹੈ ਆਸ ਤੁਮਾਰੀ, ਮਾਧਵ ਦੇ ਅਖਰੀ ਅਰਥ ਨੇ ਮਾਧਵ, ਭਾਵ ਮਾਇਆ ਦਾ ਪਤੀ, ਭਾਵ ਪਰਮਾਤਮਾ। हे परमात्मा जी, ਜਿਹਨੂੰ ਤੇਰੀ ਆਸ ਹੈ ਨਾ, ਤਾਂ ਕਹੋ ਕਛੂ ਨਾਹੀ ਸੰਸਾਰੀ, ਉਹ ਸੰਸਾਰ ਦੀ ਉਹਨੂੰ ਕੋਈ ਮਸ਼ੰਦਗੀ ਨਹੀਂ, ਉਹਨੇ ਸੰਸਾਰ ਤੋਂ ਕੀ ਲੈਣਾ, ਕੋਈ ਸੰਸਾਰ ਦੀ ਪਰਵਾਹ ਨਹੀਂ ਉਹਨੂੰ। ਇਹਦਾ ਮਤਲਬ ਇਹ ਨਹੀਂ ਕਿ ਉਹ ਨੰਗੇ ਤੁਰਿਆ ਫਿਰਦਾ ਜਾਂ ਮਤਲਬ ਕੋਈ ਹੋਰ ਭੈੜੇ ਕੰਮ ਕਰਦਾ, ਨਹੀਂ, ਐ ਨਹੀਂ। ਭਾਵ ਉਹਨੂੰ ਸੰਸਾਰ ਤੱਕ ਕੋਈ ਗਊ ਨਹੀਂ ਰਹਿੰਦੀ ਹੈਗੀ,
कि जी मैं फलाने बंदे नूं कहूँगा मेरा फलाना काम कर दे, ਜਾਂ ਉਹਨੂੰ ਇਹ ਨਹੀਂ ਹੁੰਦਾ ਯਾਰ ਜੇ ਮੈਂ ਐਂ ਕਰਤਾ ਮੇਰਾ ਉਹ ਰਿਸ਼ਤੇਦਾਰ ਨਾਲ ਰੁੱਸ ਜਾ, ਉਹਦਾ ਡੀਸੀ ਲੱਗਿਆ ਹੋਇਆ, ਮੈਂ ਉਹ ਤੋਂ ਇੰਨੇ ਕੰਮ ਕਰਵਾਏ ਨੇ ਨਾ, ਉਹਨੂੰ ਫਿਰ ਇਹ ਨਹੀਂ ਰਹਿੰਦਾ, ਮੁਹਤਾਜੀ ਨਹੀਂ ਰਹਿੰਦੀ ਕੋਈ। ਰਹਾਉ ਤੋਂ ਬਾਅਦ ਸਤਿਗੁਰੂ ਕਹਿੰਦੇ ਜਾ ਕੈ ਹਿਰਦਾ ਠਾਕਰ ਹੋਏ ਤਾ ਕਉ ਸੈਂਸਾ ਨਾਹੀ ਕੋਏ। ਜਿਹਦੇ ਹਿਰਦੇ 'ਚ ਪਰਮਾਤਮਾ ਵਸਦਾ ਨਾ ਸਾਧ ਸੰਗਤ ਜੀ, ਉਹਨੂੰ ਕਿਸੇ ਕਿਸਮ ਦਾ ਚਿੰਤਾ ਹੁੰਦੀ ਓ ਨਹੀਂ, ਚਿੰਤਾ ਕਰਦੇ ਨਹੀਂ ਹੋ। ਉਹਨੂੰ ਪਤਾ ਹੁੰਦਾ ਪਰਮਾਤਮਾ ਅੱਜ ਤੂੰ ਮੇਰਾ ਇੰਤਜ਼ਾਮ ਕਿਤੇ ਨਾ ਕਿਤੇ ਜ਼ਰੂਰ ਕੀਤਾ ਹੋਇਆ। ਜੇ ਘਰੋਂ ਕਿਤੇ ਬਾਹਰ ਜਾਂਦੇ ਆ ਨਾ, ਉਹਨੂੰ ਪਤਾ ਹੁੰਦਾ ਪਰਮਾਤਮਾ ਅੱਜ ਇੰਤਜ਼ਾਮ ਜ਼ਰੂਰ ਕੀਤਾ ਹੋਇਆ ਕਿਤੇ। ਕਈ ਵਾਰੀ ਹਜ਼ੂਰ ਸਾਹਿਬ ਜਾਂਦੇ ਆ ਨਾ, ਉਹ ਜਿਹੜੀਆਂ ਮਿੱਠੀਆਂ ਰੋਟੀਆਂ ਵਾਲਾ ਝੋਲਾ ਹੁੰਦਾ ਕਈ ਵਾਰੀ ਘਰ ਹੀ ਭੁੱਲ ਜਾਂਦੇ ਆ ਕਾਲੀ ਕਾਲੀ 'ਚ। ਫਿਰ ਮਹਾਰਾਜ ਵੀ ਹੁਣ ਰੋਟੀ ਦਾ ਇੰਤਜ਼ਾਮ, ਉਹ ਕਈ ਵਾਰੀ ਪਤਾ ਲੱਗਦਾ ਕੋਈ ਗੁਰਸਿੱਖ ਪਿਆਰਾ ਇਹੋ ਜਿਹੀਆਂ ਮਿੱਠੀਆਂ ਚੂਰੀਆਂ ਖਵਾਉਂਦਾ, ਕੋਈ ਇਹੋ ਜਿਹਾ ਲੈ ਯਾਰ ਖਾ ਸਿੱਖਾਓ, ਬੈਠ ਯਾਰ ਤੂੰ ਵੀਰ ਜੀ ਥੋੜ੍ਹਾ ਜਿਹਾ ਲੈ ਲਓ, ਥੋੜ੍ਹਾ ਜਿਹਾ ਲੈ ਲਓ। ਪਤਾ ਨਹੀਂ ਉਹਨੇ ਕਿੱਥੇ ਇੰਤਜ਼ਾਮ ਕੀਤਾ ਹੋਇਆ, ਸਾਨੂੰ ਪਤਾ ਹੀ ਨਹੀਂ ਉਹਦੇ ਬਾਰੇ। ਉਹਦੇ ਇੰਤਜ਼ਾਮਾਂ 'ਤੇ ਸ਼ੱਕ ਕਰਨਾ ਹੀ ਬਸ ਇਹ ਸਾਨੂੰ ਪਾਪਾਂ ਨੂੰ ਜਨਮ ਦਿੰਦਾ। ਜੇ ਨਾ ਜਿੰਨੇ ਸਾਲ ਦੀ ਉਹਨੇ ਸਾਡੀ ਆਜੂ ਲਿਖੀ ਆ, ਉਮਰ ਲਿਖੀ ਆ, ਉਹਨੇ ਪੂਰੇ ਦਾ ਪੂਰਾ ਇੰਤਜ਼ਾਮ ਸਾਡਾ ਕੀਤਾ ਹੋਇਆ। ਆਮ ਕਰਕੇ ਪਿੰਡਾਂ ਦੇ ਵਿੱਚ ਇੱਕ ਅਖੌਤ ਵਰਤਦੇ ਹੁੰਦੇ ਨੇ, ਕਹਿੰਦੇ ਜੰਮੀ ਨੂੰ ਤਾਂ ਪੋਤੜੇ ਮਿਲਣਗੇ ਹੀ ਮਿਲਣਗੇ। ਆ ਜੰਮਦੀਆਂ ਨੇ ਕਈ ਵਾਰੀ ਬੱਚੇ, ਉਹ ਲੋਕ ਨਾ ਝਾੜੀਆਂ 'ਚ ਰੱਖੇ ਹੁੰਦੇ ਨੇ, ਫਿਰ ਵੀ ਉਹਨੂੰ ਪੋਤੜੇ ਦਾ ਮਿਲਦੇ ਨੇ, ਕੋਈ ਚੱਕਦਾ ਕੋਈ ਉਹਨੂੰ ਬਹੁਤ ਉਹ ਕਰਦਾ। ਜੇ ਤਾਂ ਕੋਈ ਐਤਕੀ ਪਾਪੀ ਰੂਹ ਹੋਊਗੀ ਉਹ ਤਾਂ ਗੱਲ ਵੱਖਰੀ ਹੈ, ਪਰ ਨਹੀਂ। ਹੁਣ ਜੇ ਉਹਨੇ ਸਾਨੂੰ ਪੈਦਾ ਕੀਤਾ, ਮਹਾਰਾਜ ਕਹਿੰਦੇ ਨੇ ਪਹਿਲੋਂ ਦੇ ਤੈਂ ਰਿਜ਼ਕ ਸੰਭਾਹਾ, ਪਿੱਛੋਂ ਦੇ ਤੈਂ ਜਗਤ ਉਪਾਹਾ। ਹੁਣ ਤਾਂ ਸਾਡੇ ਜੰਮਣ ਤੋਂ ਕਿੰਨੇ ਸਾਲ ਪਹਿਲਾਂ ਸਾਡੇ ਰਿਜ਼ਕ ਦਾ ਇੰਤਜ਼ਾਮ ਕੀਤਾ ਹੋਇਆ, ਸਾਡੇ ਪਹਿਨਣ ਦਾ ਇੰਤਜ਼ਾਮ ਕੀਤਾ ਹੋਇਆ, ਸਾਡੇ ਮਾਨ ਅਪਮਾਨ ਦਾ ਇੰਤਜ਼ਾਮ ਉਹਨੇ ਪਹਿਲਾਂ ਹੀ ਕੀਤਾ ਹੋਇਆ। ਲੋਕਾਂ ਤਾਂ ਅਸੀਂ ਮਾੜਾ ਕਹੀ ਜਾਂਦੇ ਯਾਰ ਫਲਾਣੇ ਨੇ ਮੇਰੀ ਬੇਇੱਜ਼ਤੀ ਕਰਤੀ, ਨਹੀਂ ਉਹਨੇ ਇੰਤਜ਼ਾਮ ਕੀਤਾ ਹੋਇਆ ਸਾਡੇ ਕਰਮਾਂ ਦੇ ਮੁਤਾਬਕ। ਲੈ ਵੀ ਮਿੱਤਰਾ ਤੂੰ ਫਲਾਣੀ ਥਾਂ 'ਤੇ ਜਾਵੇਂਗਾ, ਫਲਾਣੀ ਥਾਂ ਤੋਂ ਤੂੰ ਜੁੱਤੀਆਂ ਖਾ ਕੇ ਆਏਂਗਾ। ਚੰਗੇ ਕੰਮ ਕਰਨ ਤੋਂ ਬਾਵਜੂਦ ਵੀ ਕਈ ਵਾਰੀ ਨਾ ਘਰੇ ਵੀ ਆਪਾਂ ਦੇਖਦੇ ਹਾਂ ਕੰਮ ਆਪਾਂ ਬਹੁਤ ਵਧੀਆ ਕੀਤਾ ਹੁੰਦਾ, ਪਰ ਪਤਾ ਨਹੀਂ ਘਰਦਿਆਂ ਨੂੰ ਉਹਦੀ ਕਿਵੇਂ ਪੁੱਠੀ ਸਮਝ ਲੱਗਦੀ ਹੈ, ਉਹ ਚਾਰੇ ਪੈਰ ਚੱਕ ਕੇ ਪੈ ਜਾਂਦੇ ਨੇ, ਕਿਉਂਕਿ ਲਿਖਿਆ ਹੁੰਦਾ ਅਪਮਾਨ ਹੋ। ਮੇਰੀ ਇੱਕ ਕੁਲੀਗ ਉਹ ਬਾਜ਼ਾਰ 'ਚ ਜਾ ਰਹੀ ਸੀ, ਆਪਣੇ ਘਰ ਵਾਲੇ ਨਾਲ ਜਾ ਰਹੀ ਸੀ, ਪਤਾ ਨਹੀਂ ਸਕੂਟਰ 'ਤੇ ਪਿੱਛੇ ਬੈਠੀ ਐਕਟਿਵਾ 'ਤੇ। ਆਹ ਕਿਤਾਬਾਂ ਵਾਲੇ ਬਾਜ਼ਾਰ 'ਚ ਨਾ ਇੱਕ ਪਾਗਲ ਫਿਰਦਾ ਸੀ ਘੁੰਮਦਾ, ਉਹਨੇ ਕਿਸੇ ਨੂੰ ਕੁਛ ਨਹੀਂ ਕਿਹਾ। ਜਦੋਂ ਆਈ ਨਾ ਉਹਦਾ ਮਾਰਿਆ ਥੱਪੜ ਘਕਾ ਕੇ, ਅੱਖ ਦੇ ਵਿੱਚ ਉਹ ਪਤਾ ਨਹੀਂ ਚੰਡੀਗੜ੍ਹ ਤੋਂ ਕੀ ਪਵਾ ਕੇ ਲਿਆਏ ਸੀ, ਉਹ ਸਾਰਾ ਕੁਛ ਬਾਹਰ ਮਾਰਿਆ ਕੱਢ ਕੇ। ਉਹ ਕਹਿੰਦੇ ਨੇ ਕਿਸੇ ਨੂੰ ਪਹਿਲਾਂ ਅੱਗੇ ਨਹੀਂ ਕਿਹਾ। ਅੱਛਾ ਉਦੋਂ ਬਾਅਦ ਫਿਰ ਉਹ ਸਾਵਧਾਨ ਹੋ ਗਿਆ, ਠੀਕ ਹੋ ਗਿਆ, ਕਿਉਂਕਿ ਲਿਖਿਆ ਹੋਇਆ ਸੀ ਉਹਦੇ ਹੱਥੋਂ। ਉਹ ਤਾਂ ਦੁਬਾਰੇ ਫਿਰ ਉਹਨੇ ਦੇ ਪੰਗਾ ਫੇਰ ਪਾਤਾ, ਫਿਰ ਗਈ ਚੰਡੀਗੜ੍ਹ, ਫਿਰ 3 ਮਹੀਨਿਆਂ ਦੀ ਛੁੱਟੀ ਲਈ, ਫਿਰ ਸਰ ਮਤਲਬ ਉਹਦਾ ਕਰਤਾ ਉਹਨਾਂ ਕੁ ਕੰਮ ਜਾ ਉਹਨੇ, ਇੱਕੋ ਥੱਪੜ ਨਹੀਂ। ਹੁਣ ਪਾਗਲ ਦੇ ਕਿਹੜਾ ਜ਼ੋਰ ਘੱਟ ਹੁੰਦਾ, ਉਹਨੇ ਕਿਹੜਾ ਸੋਚ ਕੇ ਮਾਰਨਾ, ਉਹ ਲਿਖਿਆ ਹੁੰਦਾ ਸਾਰਾ ਕੁਛ। ਆਪਾਂ ਨੂੰ ਐਵੇਂ ਲੱਗਦਾ ਯਾਰ ਵੀ ਉਹਨੇ ਐਂ ਕਰਤਾ। ਮਹਾਰਾਜ ਜੀ ਕਹਿੰਦੇ ਜਿਹਦੇ ਹਿਰਦੇ 'ਚ ਠਾਕਰ ਬੈਠਾ ਨਾ, ਉਹਨੂੰ ਕਿਸੇ ਚੀਜ਼ ਦਾ ਸੰਸਾ ਹੁੰਦਾ ਹੀ ਨਹੀਂ, ਕਰਦੇ ਨਹੀਂ ਸੰਸਾ, ਉਹ ਤੇ ਭਰੋਸੇ ਹੁੰਦਾ। ਅੱਛਾ ਉਹਦੇ ਪਿਆਰਿਆਂ ਨੂੰ ਤਾਂ ਫਿਰ ਉਹ ਘਾਟ ਵੀ ਨਹੀਂ ਰਹਿਣ ਦਿੰਦਾ ਜਿਹੜਾ ਉੱਤੇ ਭਰੋਸਾ ਕਰਦਾ। ਜਾ ਕਹੋ ਤੁਮ ਦੀਨੀ ਪ੍ਰਭ ਧੀਰ ਤਾਂ ਕਹਿ ਨਿਕਟ ਨਾ ਆਵੈ ਪੀਰ। ਪੀਰ ਮਨੇ ਪੀੜ। ਕਹਿੰਦੇ ਹੇ ਪਰਮਾਤਮਾ ਜਿਹਨੂੰ ਤੂੰ ਹੌਸਲਾ ਦੇਤਾ ਨਾ, ਉਹ ਤਾਂ ਚਾਹੇ ਤੱਤੀਆਂ ਤਵੀਆਂ 'ਤੇ ਬੈਠਾ ਹੋਵੇ, ਚਾਹੇ ਦੇਗਾਂ 'ਚ ਉਬਾਲੇ ਖਾਂਦਾ ਹੋਵੇ, ਚਾਹੇ ਬਾਬਾ ਬਿਧੀ ਚੰਦ ਵਾਂਗੂ ਨਾ ਮਚਰੀ ਭੱਠੀ 'ਚ ਬੈਠਾ ਹੋਵੇ, ਉਹ ਤਾਂ ਪੀੜਾ ਨੇੜੇ ਵੀ ਨਹੀਂ ਆਉਂਦੀ ਹੈਗੀ। ਉਹ ਤਾਂ ਜਿਵੇਂ ਡਾਕਟਰ ਨਾ ਅੰਥੀਸੀਆ ਲਾ ਕੇ, ਉਹ ਅੰਥੀਸੀਆ ਵਾਲਾ ਡਾਕਟਰ ਟੀਕਾ ਲਾ ਕੇ ਜਾਂ ਕਲੋਰੋਫੋਰਮ ਸੰਘਾ ਕੇ ਇੰਨਾ ਬੇਹੋਸ਼ ਕਰਨ ਦਾ ਕਿ ਮਰੀਜ਼ ਨੂੰ ਪੀੜ ਨੇੜੇ ਵੀ ਨਹੀਂ ਲੱਗਦੀ। ਉਹ ਤਾਂ ਮੇਰਾ ਸਤਿਗੁਰੂ ਆਪਣੇ ਨਾਮ ਦਾ ਐਸਾ ਅੰਥੀਸੀਆ ਲਾਉਂਦਾ, ਉਹ ਭੱਠੀ 'ਚ ਵੀ ਬੈਠਾ, ਦੇਖੋ ਬੈਠਾ ਬਾਬਾ ਬਿਧੀ ਚੰਦ, ਅੱਗ ਮਚ ਰਹੀ ਹੈ ਲੱਟ ਲੱਟ, ਕਿੰਨੀ ਦੇਰ ਬੈਠਾ ਰਿਹਾ ਅੱਗ 'ਚ, ਕੋਈ ਪੀੜਾ ਨਹੀਂ ਆਈ। ਦੇਗਾਂ 'ਚੋਂ ਵਾਲੇ ਖਾਂਦੇ ਰਹੇ ਗੁਰੂ ਦੇ ਪਿਆਰੇ, ਪ੍ਰਾਣ ਤਾਂ ਤਿਆਗ ਗਏ ਮਹਾਰਾਜ ਦੇ ਹੁਕਮ ਦੇ ਅਨੁਸਾਰ, ਸ਼ਹਾਦਤਾਂ ਨੂੰ ਤਾਂ ਪ੍ਰਾਪਤ ਹੋ ਗਏ, ਪਰ ਹਾਏ ਬੌੜੀ ਨਹੀਂ ਕੀਤੀ, ਪੀੜ ਕੋਈ ਨਹੀਂ ਆਈ। ਕਹਿੰਦੇ ਉਹ ਤਾਂ ਕੋਈ ਪੀੜ ਹੀ ਨਹੀਂ ਆਉਂਦੀ ਪਰਮਾਤਮਾ ਜਿਹਨੂੰ ਤੂੰ ਹੌਸਲਾ ਦੇ ਦੇ। ਬਾਬਾ ਮਤੀ ਦਾਸ ਜੀ ਜੋ ਨਾ ਆਰਾ ਰੱਖਿਆ, ਤਾਂ ਉਹਨਾਂ ਨੇ ਇਹੀ ਕੀਤਾ ਸੀ ਕਿ ਮੇਰੇ ਭਾਈ ਕਹਿੰਦੇ ਤੇਰੀ ਆਖਰੀ ਇੱਛਾ, ਕਹਿੰਦੇ ਮੇਰਾ ਗੁਰੂ ਵੱਲ ਮੂੰਹ ਕਰ ਦਿਓ। ਕਹਿੰਦੇ ਠੀਕ ਹੈ। ਉਹ ਆਰਾ ਬੰਨ ਰਹੇ ਨੇ ਉਹਨਾਂ ਨੂੰ, ਉਹਦੇ ਵਿੱਚ ਜਿਹੜਾ ਹੈ ਸਕੰਜਾ ਬਣਾਇਆ ਹੋਇਆ ਸੀ ਫਟੇ, ਤਾਂ ਬਾਬਾ ਜੀ ਨੇ ਨਾ ਗੁਰੂ ਤੇਗ ਬਹਾਦਰ ਮਹਾਰਾਜ ਵੱਲ ਨਜ਼ਰ ਭਰ ਕੇ ਤੱਕਿਆ। ਮਹਾਰਾਜ ਨੇ ਕਹਿੰਦੇ ਆਪਣੇ ਕੇਸਾਂ 'ਚੋਂ ਕੰਘਾ ਕੱਢਿਆ ਤੇ ਉਹ 'ਤੇ ਉਂਗਲ ਫੇਰ ਕੇ ਦੁਬਾਰੇ ਕੇਸਾਂ 'ਚ ਟੰਗ ਲਿਆ। ਦੇਖੋ ਬੇਨਤੀ ਕੀਤੀ ਸਿੱਖ ਨੇ, ਗੁਪਤ ਅੰਤਰਜਾਮੀ ਸਤਿਗੁਰੂ ਨੇ ਸਮਝ ਕੇ
ਉਹਨੂੰ ਸਿੱਖਿਆ ਵੀ ਦੇਤੀ ਤੇ ਸ਼ਕਤੀ ਵੀ ਦੇਤੀ। ਕੀ ਸੀ? ਉਹਨੇ ਦੇਖਿਆ ਵੀ ਆਰਾ, ਉਹਨਾਂ ਨੇ ਕੰਗਾ ਕੱਢਿਆ, ਕਹਿੰਦੇ ਸਿੱਖਾ ਜਿਹਦੇ ਉੱਤੇ ਚੱਲਦਾ ਨਾ ਇਹ ਆਰਾ, ਜਿਹੜਾ ਆਰੀ ਦਾ ਦੁੱਖ ਸਹਿੰਦਾ ਉਹ ਫਿਰ ਹਮੇਸ਼ਾ ਸਿਰ ਦਾ ਸ਼ਿੰਗਾਰ ਬਣਦਾ। ਉਹਨੂੰ ਸਿਰ ਤੇ ਰੱਖਿਆ ਜਾਂਦਾ, ਸਿਰ ਦੇ ਉੱਤੇ ਆਪਾਂ ਹਮੇਸ਼ਾ ਸਤਿਕਾਰਯੋਗ ਚੀਜ਼ ਨੂੰ ਰੱਖਦੇ ਹਾਂ। ਕਿਆ ਕਮਾਲ ਹੈ ਜੀ। ਇਹ ਤਾਂ ਹੁਣ ਸਾਡਾ ਰਿਵਾਜ ਚੱਲ ਪਿਆ ਕੰਗੇ ਨੂੰ ਆਹ ਕਛਹਿਰੇ ਨਾਲ ਬੰਨਣ ਦਾ, ਕਿਰਪਾਨਾਂ ਨਾਲ ਬੰਨਣ ਦਾ। ਕੰਗਾ ਤਾਂ ਸਾਡੇ ਸਿਰ ਦਾ ਸ਼ਿੰਗਾਰ ਹੈ, ਇਹ ਤਾਂ ਸਾਡੇ ਸਿਰ ਦਾ ਗਹਿਣਾ ਹੈ, ਨਾ ਕਿ ਆ ਕਛਹਿਰਿਆਂ ਕਿਰਪਾਨਾਂ ਨਾਲ ਬੰਨਣ ਵਾਲਾ। ਇਹ ਦੇਖੋ ਕੋਈ ਪੀੜ ਨਹੀਂ ਹੋਈ, ਫਿਰ ਬੈਠ ਗਏ ਜਪਜੀ ਸਾਹਿਬ ਦਾ ਪਾਠ ਕੀਤਾ। ਸ਼ਲੋਕ ਤੇ ਉਹਨਾਂ ਨੂੰ ਕਿਹਾ ਸੀ ਤੁਸੀਂ ਹੌਲੀ ਹੌਲੀ ਚਲਾਇਓ। ਸ਼ਲੋਕ ਤੇ ਪਹੁੰਚੇ ਨੇ, ਐਨੇ ਨੂੰ 2 ਫੰਕਾਂ ਹੋ ਗਈਆਂ। ਇੱਕ ਫਾੜ ਚੋਂ ਆਵਾਜ਼ ਆ ਰਹੀ ਹੈ, ਇੱਕ ਪੰਕਤੀ ਦੀ ਦੂਜੀ ਚੋਂ ਆ ਰਹੀ ਹੈ, ਧੰਨ ਹੈ ਸਿੱਖ, ਧੰਨ ਹੈ ਸਿੱਖਾਂ ਦਾ ਗੁਰੂ, ਧੰਨ ਤੇਰੇ ਯੋਗ ਨੇ। ਸਿਰ ਨਿਭਦਾ, ਫਿਰ ਪੀੜ ਨਹੀਂ ਲੱਗਣ ਦਿੱਤੀ। ਕਹੋ ਨਾਨਕ ਮੈਂ ਸੋ ਗੁਰ ਪਾਇਆ, ਪਾਰ ਬ੍ਰਹਮ ਪੂਰਨ ਦੇਖਾਇਆ। ਇਹ ਨਾਨਕ ਤੂੰ ਇਹ ਗੱਲ ਆਖ ਕਿ ਮੈਂ ਇਹੋ ਜਿਹਾ ਗੁਰੂ ਪਾ ਲਿਆ, ਮੈਂ ਉਹ ਗੁਰੂ ਨੂੰ ਪ੍ਰਾਪਤ ਕਰ ਲਿਆ ਜਿਹਨੇ ਮੈਨੂੰ ਪਰਮਾਤਮਾ ਪੂਰਨ ਤੌਰ ਤੇ ਦਿਖਾਤਾ। ਗੁਰੂ 'ਚ ਇੰਨੀ ਸਮਰੱਥਾ ਹੈ। ਮਹਾਰਾਜ ਕਹਿੰਦੇ ਨੇ, ਕਹਿੰਦੇ ਦੇਖੋ ਅਚਰਜ ਭਇਆ, ਦੇਖੋ ਅਚਰਜ ਭਇਆ, ਜੇ ਠਾਕਰ ਕੋ ਸੁਣਤ ਅਗਾਧ ਬੋਧ, ਸੋ ਗੁਰ ਹਿਰਦੈ ਦਇਆ। ਕਹਿੰਦੇ ਗੁਰੂ ਨੇ ਐਸੀ ਅਚਰਜੀ ਭਰੀ ਗੱਲ ਕੀਤੀ, ਜਿਹੜੇ ਗੁਰੂ ਨੂੰ, ਜਿਹੜੇ ਰੱਬ ਨੂੰ ਸਮਝਦੇ ਨੇ ਪਤਾ ਨਹੀਂ ਪਹਾੜਾਂ ਦੀਆਂ ਕੰਦਰਾਂ 'ਚ ਆ, 7ਵੇਂ ਅਸਮਾਨ 'ਚ ਆ, ਪਤਾ ਨਹੀਂ ਕਿੱਥੇ ਆ, ਕਹਿੰਦੇ ਉਹਨੇ ਹਿਰਦੇ 'ਚ ਹੀ ਦਿਖਾਤਾ। ਹੁਣ ਮਹਾਰਾਜ ਜੀ ਇਹੀ ਕਹਿੰਦੇ ਨੇ, ਕਹਿੰਦੇ ਭਾਈ ਮੈਂ ਤਾਂ ਉਹ ਗੁਰੂ ਦੀ ਪ੍ਰਾਪਤੀ ਕੀਤੀ ਹੈ ਜਿਹਨੇ ਮੈਨੂੰ ਪੂਰਾ ਪਰਿਪੂਰਨ ਪਰਮਾਤਮਾ ਦੇ ਦਰਸ਼ਨ ਕਰਾਤੇ। ਸਾਧ ਸੰਗਤ ਜੀ ਦਿਖਾ ਸਾਨੂੰ ਵੀ ਸਕਦਾ ਹੈ, ਪਰ ਸਾਡਾ ਓਡਾ ਭਰੋਸਾ ਨਹੀਂ ਹੈ, ਸਾਨੂੰ ਓਡੀ ਧੀਰਜ ਨਹੀਂ ਹੈ ਸਤਿਗੁਰੂ ਦੇ ਉੱਤੇ। ਮਹਾਰਾਜ ਕਿਰਪਾ ਕਰਨ, ਸਾਨੂੰ ਭਰੋਸਾ ਬਖਸ਼ਣ, ਸਾਨੂੰ ਵਿਸ਼ਵਾਸ ਬਖਸ਼ਣ, ਸਾਨੂੰ ਉਹਦੇ ਪੱਲੇ ਨਾਲ ਲੱਗਣ ਦੀ ਬਲ ਬੁੱਧੀ ਸਮਰੱਥਾ ਬਖਸ਼ਣ। ਸਾਧ ਸੰਗਤ ਜੀਓ, ਪਵਿੱਤਰ ਪਾਵਨ ਗੁਰਬਾਣੀ ਦੀ ਕਥਾ ਵਾਰਤਾ ਕਰਦਿਆਂ, ਸ਼ਬਦ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਕਿਸਮ ਦੀਆਂ ਭੁੱਲਾਂ ਚੁੱਕਾਂ ਹੋਈਆਂ ਨੇ, ਮੁਆਫੀ ਬਖਸ਼ਿਸ਼ ਕਰ ਦੇਣੀ, ਅੱਗੇ ਵਾਸਤੇ ਅਸੀਸ ਬਖਸ਼ਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।